ਆਰਡਰ ਤੇ ਭੇਜ ਦਿੰਦੇ ਜਾਂ ਤੂੰ ਮਾਰ ਉੱਥੇ ਤੇ ਪਿੱਛੋਂ ਮੈਂ ਜਿਹੜਾ ਆਪਣਾ ਕੰਮ ਪਾ ਲਾਂਗਾ ਜੀ ਮੈਂ ਫਿਰ ਇਹ ਜਿਹੜੀਆਂ ਗੱਲਾਂ ਨੇ ਬੜੀ ਦੂਰ ਤੱਕ ਜਾਂਦੀਆਂ ਨੇ ਸੁਣ ਮੇਰੀ ਜਵਾਬ ਸੁਣ ਇਹ ਫਿਰ ਬੜੀ ਦੂਰ ਤੱਕ ਜਾਂਦੀਆਂ ਨੇ ਇਸ ਵਾਸਤੇ ਮੇਰੀ ਗੱਲ ਸੁਣੋ ਇਹਨਾਂ ਗੱਲਾਂ ਨੂੰ ਜਿਹੜਾ ਨਾ ਨਹੀਂ ਛੇੜੀਦਾ ਬਾਰ-ਬਾਰ ਇਹ ਫਿਰ ਤੁਹਾਡੇ ਕੋਲ ਸੌਖਾ ਹਥਿਆਰ ਹੁੰਦਾ ਕਿ ਦੂਸਰੇ ਤੇ ਸ਼ਾਤਮੀਅਤ ਲਾਣੀ ਹੈ ਐ ਸਮਝ ਇਸ ਵਾਸਤੇ ਅਸੀਂ ਕਰਨੇ ਇhtiyat ਵਰਨਾ ਜਵਾਬ ਹਰ ਗੱਲ ਦਾ ਹੁੰਦਾ ਇਹ ਅੱਛਾ ਜੀ ਮੈਂ ਆਨਰਸ ਕਰਾਂ ਸਟੇਰੀਅਲ ਸਭ 1 ਮਿੰਟ ਹੁਣ ਮੈਂ ਜ਼ਰਾ ਤਸੱਲੀ ਨਾਲ ਸੁਣੋ ਤੁਸੀਂ ਦੂਜੇ ਬਰੋਡ ਤੇ ਮੇਰਾ ਮਾਈਕ ਮਿਊਟ ਕਰ ਦੇਣਗੇ ਇੱਥੇ ਹੋ ਸਕਦਾ ਨਾ ਕਰਨ ਸਟੇਰੀਅਲ ਸਭ ਐਸਾ ਨਬੀ ਮੇਰੀ ਗੱਲ ਸੁਣੋ ਐਸਾ ਨਬੀ ਜਿੰਦੀ ਨਜ਼ਰ ਕਿਸੇ ਤੇ ਬੁੱਢੀ ਤੇ ਪਵੇ ਔਰ ਉਹਦਾ ਬੰਦਾ ਭੇਜ ਕੇ ਕਰਾ ਦੇਵੇ ਕਤਲ ਮੈਂ ਉਹਨੂੰ ਨਬੀ ਨਹੀਂ ਮੰਨਦਾ ਔਰ ਇਹ ਜਿਹੜੀ ਤੁਸੀਂ ਰਿਵਾਇਤ ਕੀਤੀ ਹੈ ਸੁਭਾਨ ਅੱਲਾਹ ਇਹ ਇਸਰਾਈਲੀ ਰਿਵਾਇਤ ਨੇ ਗੱਲ ਸੁਣ ਲਓ ਮੇਰੀ ਨੂੰ ਗੱਲ ਪੱਕੀ ਕਰ ਕਿਸੇ ਤੁਸੀਂ ਜ਼ਫਰੁੱਲਾ ਸ਼ਾਹ ਨਾਲ ਗੱਲ ਕਰ ਲਿਓ ਕਿਸੇ ਕੱਚੇ ਬੰਦੇ ਨਾਲ ਨਹੀਂ ਮੇਰੇ ਨਾਲ ਹੁਣ ਪੰਚਾਇਤੀ ਗੱਲ ਹੁੰਦਾ ਨਾ ਮਰਦੇ ਮੈਦਾਨ ਵਿੱਚ ਆ ਕੇ ਗੱਲ ਕਰਨੀ ਸਟੇਰੀਅਲ ਸਾਹਿਬ ਅਗਰ ਦਾਊਦ अलैहिस्सलाम ਤੋਂ ਇਹ ਗੱਲ ਸਾਬਿਤ ਹੋ ਜਾਏ ਤਾਂ ਮੈਂ ਦਾਊਦ अलैहिस्सलाम ਦਾ ਵੀ ਉਹ ਹੋ ਹੀ ਨਹੀਂ ਸਕਦੇ ਸਵਾਲ ਹੀ ਨਹੀਂ ਪੈਦਾ ਹੁੰਦਾ ਇਹ ਜਿਹੜੀ ਤੁਸੀਂ ਰਿਵਾਇਤ ਪੇਸ਼ ਕੀਤੀ ਹੈ ਇਹ ਇਸਰਾਈਲੀ ਰਿਵਾਇਤ ਬਾਈਬਲ ਦੀਆਂ ਰਿਵਾਇਤ ਨੇ ਜਿਨ੍ਹਾਂ ਨੂੰ ਤੁਸੀਂ ਲੋਕ ਬਿਆਨ ਸਿਰਫ ਮਿਰਜ਼ਾ ਸਾਹਿਬ ਨੂੰ ਕਵਰ ਦੇਣ ਵਾਸਤੇ ਬਜਾਏ ਇਸ ਦੇ ਕਿ ਤੁਸੀਂ ਉਹ ਗਲਤੀ ਤਸਲੀਮ ਕਰੋ ਤੁਸੀਂ ਅੱਲਾਹ ਦੇ ਸੱਚੇ ਨਬੀ ਦਾਊਦ अलैहिस्सलाम ਤੇ ਜਾ ਕੇ ਗੱਲ ਕਰ ਰਹੇ ਹੋ ਇਹ ਇਮਾਮ ਫਖਰੁद्दीन ਰਾਜ਼ੀ ਨੇ ਬਾਕੀ ਛੋੜ ਦਿਓ ਜਨਾਬ ਅੱਜ ਤੁਹਾਨੂੰ ਮੈਂ ਚੈਲੰਜ ਕਰਨਾ ਤੁਸੀਂ ਜ਼ਿਆਉਲ ਕੁਰਾਨ ਪੀਰ ਕਰਮ ਸ਼ਾਹ ਸਾਹਿਬ ਦੀ ਤਫਸੀਰ ਉਰਦੂ ਜ਼ੁਬਾਨ ਵਿੱਚ ਪੜ੍ਹੋ ਉਹਨਾਂ ਨੇ ਰਿਵਾਇਤ ਲਿਖ ਕੇ ਹੁਣ ਤੁਸੀਂ ਪਤਾ ਚੱਕਰ ਕੀ ਦੇ ਰਹੇ ਹੋ ਕਿਤਾਬ ਹੈ ਜੀ ਰਿਵਾਇਤ ਲਿਖੀ ਗਈ ਹੈ ਉਹਨਾਂ ਬਜ਼ੁਰਗਾਂ ਨੇ ਇਸ ਰਿਵਾਇਤ ਨੂੰ ਲਿਖਿਆ ਹੈ ਕਿ ਦੇਖੋ ਜੀ ਇਹ ਵੀ ਬੇਅਦਬੀ ਹੈ ਦਾਊਦ अलैहिस्सलाम ਦੇ ਬਾਰੇ ਇੰਜ ਕਹਿਣਾ ਉਹ ਰਿਵਾਇਤ ਤੇ ਕਿਤਾਬ ਕਰਨ ਤੋਂ ਬਾਅਦ ਅਗਲੀ ਗੱਲ ਤੁਸੀਂ ਛੁਪਾਉਂਦੇ ਹੋ ਉਹਨਾਂ ਨੇ ਰੱਦ ਕੀਤਾ ਕਿ ਇਹ ਗੱਲ ਗਲਤ ਹੈ ਯਾਨੀ ਇਹ ਜਿਹੜੀ ਰਿਵਾਇਤ ਹੁਣ ਬਈ ਰੀਅਲ ਸਾਹਮਣੇ ਪੇਸ਼ ਕੀਤੀ ਹੈ ਇਮਾਮ ਫਖਰੁद्दीन ਰਾਜ਼ੀ ਨੇ ਦੀਗਰ ਬਜ਼ੁਰਗਾਂ ਨੇ ਆਪਣੀ ਕਿਤਾਬਾਂ 'ਚ ਰਿਵਾਇਤ ਲਿਖਣ ਤੋਂ ਬਾਅਦ ਅੱਗੇ ਕੀ ਕੀਤਾ ਹੈ ਇਹ ਜਿਹੜੀ ਗੱਲ ਲਿਖੀ ਨਾ ਦਾਊਦ अलैहिस्सलाम ਬਾਰੇ ਗਲਤ ਗੱਲ ਲਿਖੀ ਹੈ ਇੰਜ ਹੈ ਹੀ ਨਹੀਂ ਹੈ ਹੁਣ ਤੁਸੀਂ ਪਤਾ ਕੀ ਕਰ ਰਹੇ ਹੋ ਅੱਛਾ ਇਹ ਮੈਂ ਤੇ ਰੱਦ ਕਰ ਰਿਹਾ ਕਿ ਦਾਊਦ अलैहिस्सलाम ਦੀ ਗੱਲ ਹੈ ਹੀ ਨਹੀਂ ਝੂਠੀ ਮਨ ਘੜਤ ਦਾਊਦ अलैहिस्सलाम ਨੇ ਕੀਤਾ ਹੀ ਨਹੀਂ ਇਹ ਹਿਊਮਨ ਰਾਈਟਸ ਦੇ ਖਿਲਾਫ ਹੈ ਕਿ ਕਿਸੇ ਦੀ ਬੁੱਢੀ ਤੇ ਨਜ਼ਰ ਪਏ ਤਾਂ ਉਹਦਾ ਬੰਦਾ ਮਰਵਾ ਦਿੱਤਾ ਜਾਏ ਤੇ ਜੁਰਮ ਹੈ ਇਹ ਤੇ ਕ੍ਰਿਮੀਨਲ ਹੈ ਮੈਂ ਇਹਨੂੰ ਰੱਦ ਕਰਨਾ ਇਹ ਕਿਤਾਬ ਵਿੱਚ ਹੈ ਹੀ ਨਹੀਂ ਸਾਡੇ ਬਜ਼ੁਰਗਾਂ ਨੇ ਇਹਨੂੰ ਰੱਦ ਕੀਤਾ ਹੁਣ ਸਟੇਰੀਅਲ ਸਾਹਿਬ ਤੁਹਾਡੇ ਲਿਟਰੇਚਰ ਵਿੱਚ ਇਹ ਗੱਲ ਮੌਜੂਦ ਹੈ ਜਾਂ ਤੇ ਕਿ ਰਿਵਾਇਤ ਝੂਠੀ ਹੈ ਗੱਲ ਗਲਤ ਹੈ ਕਿ ਮੁਹੰਮਦੀ ਬੇਗਮ ਦੀ ਸ਼ਾਦੀ ਹੋ ਗਈ ਹੈ ਤੇ ਮਿਰਜ਼ਾ ਸਾਹਿਬ ਨੇ ਸ਼ਾਦੀ ਤੋਂ ਬਾਅਦ ਕਿਹਾ ਕਿ ਉਹ ਮੇਰੇ ਨਿਕਾਹ ਤਕਦੀਰ ਮੁਬਰਮ ਹੈ ਤੇ ਉਹ ਲੌਟ ਕੇ ਬੇਵਾ ਹੋ ਕੇ ਮੇਰੇ ਨਿਕਾਹ ਵਿੱਚ ਆਏਗੀ ਹੁਣ ਤੁਸੀਂ ਕਿਆਸ ਕਰ ਰਹੇ ਹੋ ਦਾਊਦ ਲੈ ਉਹ ਰਿਵਾਇਤ ਹੀ ਗਲਤ ਹੈ ਮਨ ਘੜਤ ਹੈ ਉਹ ਜਿਹੜੀ ਬਾਈਬਲ ਵਿੱਚ ਗੁਸਤਾਖੀਆਂ ਨੇ ਅੰਬਿਆ ਇਕਰਾਮ ਦੀਆਂ ਉਹ ਬਾਈਬਲ ਦੀਆਂ ਰਿਵਾਇਤ ਨੇ ਜਾਂ ਇਸਰਾਈਲੀ ਰਿਵਾਇਤ ਨੇ ਉਧਰੋਂ ਇਧਰ ਕਿਤਾਬਾਂ ਚ ਆਈਆਂ ਤੁਸੀਂ ਉਹਨਾਂ ਦਾ ਰੱਦ ਕਰਦੇ ਪਏ ਵੀ ਗਲਤ ਗੱਲ ਹੈ ਤੁਸੀਂ ਵੀ ਇਹ ਕਹਿ ਦੋ ਸਟੇਰੀਅਲ ਸਾਹਿਬ ਕਿ ਮੀਆਂ ਮਿਰਜ਼ਾ ਸਾਹਿਬ ਦੀ ਗੱਲ ਗਲਤ ਹੈ ਮੇਰਾ ਮਾਈਕ ਮਿਊਟ ਹੈ ਸਟੇਰੀਅਲ ਸਾਹਿਬ ਹੁਣ ਤੁਸੀਂ ਬੋਲੋ ਮੈਂ ਤੁਹਾਡਾ ਜਵਾਬ ਸੁਣਨਾ ਨਹੀਂ ਉਹਨਾਂ ਦਾ ਜੋ ਉਹ ਮਾਮਲਾ ਹੈ ਸੀ ਉਹਦੇ ਚ ਉਹਨਾਂ ਨੇ ਇੱਕ ਗੱਲ ਇਹ ਲਿਖੀ ਸੀ ਕਿ ਇੱਕ ਸ਼ਖਸ की मौत हो गई ਤੂੰ ਵੀ ਤੇ ਉਹਦੇ ਲਫ਼ਜ਼ ਨੇ ਉਹ ਸ਼ਰਤੀ ਪੇਸ਼ ਗਈ ਸੀ ਉਹ ਇੱਕ ਹੱਦ ਤੱਕ ਪੂਰੀ ਹੋ ਗਈ ਅਗਲੀ ਜਿਹੜੀ ਗੱਲ ਆਪੇ ਖਤਮ ਹੋ ਗਈ ਉਹਦੇ ਚ ਉਹਦਾ ਮੁਹੰਮਦੀ ਬੇਗਮ ਦਾ ਜਿਹੜਾ ਪੁੱਤਰ ਹੈ ਉਹ ਜਮਾਤ ਚ ਆ ਗਿਆ ਤੁਹਾਡੇ ਜਿਹੜੇ ਉਲਮਾ ਉਸ ਦੌਰ ਦੇ ਨੇ ਉਹਨਾਂ ਦੇ ਕਹਿਣ ਤੇ ਸੁਲਤਾਨ ਮੁਹੰਮਦ ਜਿਹੜੇ ਉਹਦੇ ਖਾਮਦ ਸੀ ਉਹ ਕੋਈ ਪੇਸ਼ਰਫਤ ਨਹੀਂ ਕਰ ਰਹੇ ਹੱਦ ਤੱਕ ਇੱਜ਼ਤ ਦਾ ਦਾਵਾ ਨਹੀਂ ਕਰਦੇ ਪਏ ਖਾਨਦਾਨ ਸਾਰਾ ਜਿਹੜਾ ਉਹ ਇਸਲਾਮ ਵਿੱਚ ਆ ਗਿਆ ਅਹਿਮਦੀਅਤ ਵਿੱਚ ਆ ਗਿਆ ਤੇ ਤੁਸੀਂ ਉਸੇ ਗੱਲ ਦਾ ਜਿਹੜਾ ਉਹ ਲਕੀਰ ਦਾ ਸੱਪ ਪਿੱਟਦੇ ਪਏ ਜੇ ਕਿ ਉਹ ਆਏਗੀ ਮਤਲਬ ਤੁਹਾਡਾ ਮੰਤਕ ਬੜੀ ਅਜੀਬ ਹੈਗੀ ਹੈ ਇਸ ਲਿਹਾਜ਼ ਨਾਲ ਯਾਦ ਉਹ ਨਹੀਂ ਲੋਕ ਉਹਨਾਂ ਨੇ ਸਿਲਸਿਲੇ ਨੂੰ ਕਬੂਲ ਕੀਤਾ ਜਾਂ ਜਮਾਤ ਅਹਿਮਦੀਆ ਸ਼ਾਮਲ ਨਹੀਂ ਹੋਏ ਉਹ ਇੱਕ ਸ਼ਰਤੀ ਪੇਸ਼ਗੋਈ ਹੈ ਕਈ ਪੇਸ਼ਗੋਈਆਂ ਨੇ ਉਹ ਅੰਬੀਆ ਦੀਆਂ ਉਹ ਆਪਣੇ ਹਿਸਾਬ ਵਿੱਚ ਪੂਰੀਆਂ ਹੁੰਦੀਆਂ ਨੇ ਕਈ ਉਹ ਗੱਲਾਂ ਫਿਰ ਉਹ ਸ਼ਰਤ ਦੇ ਤਹਿਤ ਰਹਿ ਜਾਂਦੀਆਂ ਨਹੀਂ ਹੁੰਦੀਆਂ ਫਿਰ ਉਹ ਕੌਮਾਂ ਤੋਂ ਅਜ਼ਾਬ ਟਲ ਜਾਂਦੇ ਨੇ ਇਹ ਮਤਲਬ ਤੁਸੀਂ ਕਹਿੰਦੇ ਹੋ ਕਿ ਜਿਹੜੀ ਗੱਲ ਉਹਦੇ ਮੂੰਹ ਚੋਂ ਨਿਕਲ ਗਈ ਉਹ ਪੂਰੀ ਹੋ ਜਾਣੀ ਚਾਹੀਦੀ ਹੈ ਜੇ ਕੋਈ ਤੌਬਾ ਕਰਦਾ ਤਾਂ ਉਹਦੇ ਵਾਸਤੇ ਦਰਵਾਜ਼ਾ ਖੁੱਲ੍ਹਾ ਹੈ ਉਹਨਾਂ ਨੇ ਉਹ ਤੌਬਾ ਕੀਤੀ ਅੱਲਾ ਨੇ ਕਬੂਲ ਕੀਤੀ ਗੱਲ ਖਤਮ ਹੋ ਗਈ ਲੇਕਿਨ ਤੁਹਾਡਾ ਇਹ ਪ੍ਰੋਬਲਮ ਹੈਗਾ ਕਿ ਤੁਸੀਂ ਹਰ ਹਾਲਤ 'ਚ ਮਿਰਜ਼ਾ ਸਾਹਿਬ ਨੂੰ ਝੂਠਾ ਕਰਾਰ ਦੇਣਾ ਹੈਗਾ ਕਿ ਉਹਨਾਂ ਦੀ ਤੁਸੀਂ ਤੋਹੀਨ ਕਰਨੀ ਹੁੰਦੀ ਹੈ ਤੇ ਉਹ ਅੱਲਾਹ ਤਾਲਾ ਜਿਹੜਾ ਉਹਦਾ ਵਾਅਦਾ ਅਸੀਂ ਅਕਸਰ ਪੂਰਾ ਹੁੰਦਾ ਵੇਖਦੇ ਰਹਿੰਦੇ ਹਾਂ
ਤੁਸੀਂ ਲੋਕ ਇਹਾਨਤ ਕਰਦੇ ਹੋ, ਤੁਹਾਡੀ ਰੱਬ ਵੱਲੋਂ ਕਿਤੇ ਨਾ ਕਿਤੇ ਹੋ ਹੀ ਜਾਂਦੀ ਹੈ। ਉਹ ਫਿਰ ਜਿਹੜਾ ਗੱਲ ਸਾਨੂੰ ਇਸੇ ਵਾਸਤੇ ਉਸ ਉਧਰ ਸੱਚਾਈ ਸਹੀ ਲੱਗਦੀ ਕਿ ਉਹ ਦਰੁਸਤ ਬੰਦਾ ਸੀ। ਇਧਰ ਗਲਤੀ ਹੈ, ਤੁਸੀਂ ਗਲਤੀ ਤੇ ਹੋ। ਜੀ ਜਿੱਥੇ ਇੰਨੀਆਂ ਪੇਸ਼ਗੋਈਆਂ ਪੂਰੀਆਂ ਹੋਈਆਂ ਨੇ ਤੇ ਇਹ ਸ਼ਰਤੀ ਪੇਸ਼ਗੋਈ ਸੀ। ਤੁਸੀਂ ਤੇ ਅਬਦੁੱਲਾ ਹਥਮ ਵਾਲੀ ਵੀ ਪੇਸ਼ਗੋਈ ਨੂੰ ਸਮਝਦੇ ਕਿ ਉਹ ਪੂਰੀ ਨਹੀਂ ਹੋਈ। ਪੰਡਤ ਲੇਖ ਰਾਮ ਵਾਲੀ ਤੁਹਾਡੇ ਸਾਹਮਣੇ ਪੂਰੀ ਹੋਈ ਹੈ, ਤੁਸੀਂ ਉਹਨੂੰ ਛੁਪਾ ਜਾਂਦੇ ਜੀ। ਮਗਰ ਕਈ ਨਿਸ਼ਾਨ ਨੇ ਕਿ ਜ਼ਾਹਿਰ ਹੋਏ ਨੇ, ਲੇਕਿਨ ਜੇ ਤੁਸੀਂ ਜਿਹਨੇ ਨਹੀਂ ਮੰਨਣਾ ਹੁੰਦਾ ਤੇ ਮੁਹੰਮਦ ਰਸੂਲullah ਤੋਂ ਜ਼ਿਆਦਾ ਕਿਹਦੇ ਮੌਜਜ਼ਾਤ ਜਿਹੜੇ ਨੇ ਉਹ ਪੂਰੇ ਹੋਏ ਨੇ। ਲੇਕਿਨ ਅੱਜ ਵੀ ਜਿਹੜਾ ਹੈ ਉਹ ਦੁਨੀਆ ਦੇ 5 ਹਿੱਸੇ ਜਿਹੜੇ ਨੇ ਉਹ ਮੁਸਲਮਾਨ ਨਹੀਂ ਹੋਏ, ਜਿਨ੍ਹਾਂ ਤੱਕ ਪੈਗਾਮ ਪਹੁੰਚ ਗਿਆ ਉਹ ਵੀ ਸਾਰੇ ਨਹੀਂ ਹੋਏ। ਤੇ ਇਹਦੇ ਚ ਕੀ ਨੌਜ਼ ਬਿੱਲਾ ਜਿਹੜਾ ਉਹ ਮਜ਼ਹਬ ਗਲਤ ਹੋ ਗਿਆ, ਇਸਲਾਮ ਗਲਤ ਹੋ ਗਿਆ? ਨਹੀਂ, ਉਹ ਲੋਕਾਂ ਦੀ ਸਮਝ ਦਾ ਫਰਕ ਹੈ। ਠੀਕ ਹੈ ਭਾਈ, ਰੱਖੋ ਆਪਣੀ ਸਮਝ, ਆਪਣੀ ਸਮਝ ਦੇ ਮੁਤਾਬਿਕ ਚਲੋ। ਹਾਂ ਜੀ ਜੀ। ਅੱਛਾ, ਜਦੋਂ ਗੱਲ ਪੂਰੀ ਹੋ ਜਾ ਮੈਨੂੰ ਦੱਸਣਾ, ਫਿਰ ਮੈਂ ਹੋ ਗਈ ਪੂਰੀ ਕਿ? ਅੱਛਾ, ਹੁਣ ਗੱਲ ਸੁਣੋ ਜੀ ਜਰਾ। ਦੇਖੋ ਗੱਲ ਇਹ ਵੇ, ਧੱਕੇ ਨਾਲ ਮਨਵਾਣਾ ਜਾਂ ਕਿਸੇ ਨੂੰ ਜ਼ਬਰਦਸਤੀ ਮਨਵਾਣਾ, ਮੈਂ ਗੱਲ ਉਸੂਲ ਦੀ ਕੀਤੀ ਹੈ। ਤੁਸੀਂ ਉਸੂਲ ਤੇ ਨਹੀਂ ਆਏ ਹੋ। ਤੁਸੀਂ ਹੁਣ ਇਹ ਕਿਹਾ ਜੀ ਅਸਾਂ ਚੁੱਕੇ ਮੰਨ ਲਿਆ ਤੇ ਮੰਨ ਲਿਆ। ਔਰ ਪਹਿਲਾਂ ਤੁਹਾਡੀ ਕਮਜ਼ੋਰੀ, ਤੁਹਾਡੀ ਜਿਹੜੀ ਅਗਰ ਗੌਰ ਕਰਨਾ ਸਟੇਰਿयल ਸਾਹਿਬ ਤਨਾਈ ਦੇ ਵਿੱਚ, ਹੁਣ ਤੁਸੀਂ ਪੂਰਾ ਜਦੋਂ ਮਿਰਜ਼ਾ ਸਾਹਿਬ ਦੀ ਗੱਲ ਦਾ ਜਵਾਬ ਨਹੀਂ ਹੈ ਨਾ, ਤੇ ਤੁਸੀਂ ਦਾਊਦ ਅਲੈਹਿਸਲਾਮ ਤੇ ਜਾ ਕੇ ਹਮਲਾ ਕੀਤਾ। ਇਹ ਗੌਰ ਕਰੋ, ਇਹ ਤੁਹਾਡਾ ਨਹੀਂ। ਹੁਣ ਉਹ ਤੁਸੀਂ ਸਟੇਰਿयल ਸਾਹਿਬ ਗੱਲ ਤੇ ਪੂਰੀ ਹੋਣ ਦਿਓ ਹੁਣ। ਨਹੀਂ, ਮੈਂ ਤੁਹਾਡੀ ਗੱਲ ਇਸ ਵਾਸਤੇ ਨਹੀਂ ਪੂਰੀ ਹੋਣ ਦੇਣਾ ਕਿ ਤੁਹਾਡੀ ਗੱਲ ਦਾ ਜਵਾਬ ਦੇਣ ਲੱਗਿਆ ਬੰਦੇ ਨੂੰ 100 ਵਾਰੀ ਸੋਚਣਾ ਪੈਂਦਾ ਕਿ ਦਲੀਲ ਨਹੀਂ। ਤਾਂ ਹੁਣ ਦੇਖੋ ਸਟੇਰਿयल ਸਾਹਿਬ ਤੁਸੀਂ ਬੋਲਿਓ, ਮੈਂ ਚੁੱਪ ਕਰਕੇ ਸੁਣੀ ਤੁਹਾਡੀ ਗੱਲ। ਇਹ ਰੋਲਾ ਜੇ ਤੁਸੀਂ ਮੌਲਵੀਆਂ ਤੇ ਬਰਸਦੇ ਹੋ ਤੇ ਆਪਣੇ ਹਾਲਤ ਦੇਖੋ ਤੁਹਾਡੀ ਕੀ ਹੈ। ਨਹੀਂ, ਮੇਰੀ ਹਾਲਤ ਇਸ ਵਾਸਤੇ ਕਿ ਤੁਸੀਂ ਉਹ ਇਸਰਾਈਲੀ ਰਵਾਇਤ ਨੂੰ ਮੇਰੇ ਤੇ ਚਸਪਾ ਕਰ ਰਹੇ ਜੀ। ਤੁਹਾਡੇ ਤੇ ਚਸਪਾ ਇਸ ਵਾਸਤੇ ਕਰ ਰਿਹਾ, ਤੁਸੀਂ ਪੇਸ਼ ਕੀਤੀ ਹੈ। ਹਾਂ, ਜਿਹੜਾ ਬੰਦਾ ਪੇਸ਼ ਕਰਦਾ ਹੈ ਉਹਨੂੰ ਓਨ ਕਰਦਾ ਤੇ ਪੇਸ਼ ਕਰਦਾ ਹੈ ਨਾ। ਦੇਖੋ ਗੱਲ ਸੁਣੋ, ਮੈਂ ਕਿਉਂ ਓਨ ਕਰਾਂ? ਮੈਂ ਇਹੀ ਤੇ ਗੱਲ ਹੈ। ਮੈਂ ਦਾਊਦ ਅਲੈਹਿਸਲਾਮ ਦੀ ਗੱਲ ਮੈਂ ਕਿਉਂ ਨਹੀਂ ਪੇਸ਼ ਕੀਤੀ? ਜਿਨੇ ਪੇਸ਼ ਕੀਤੀ ਹੁਣ ਉਹ ਜ਼ਿੰਮੇਦਾਰ ਹੈ ਨਾ। ਦੇਖੋ ਸਟੇਰਿयल ਸਾਹਿਬ, ਜਾਂ ਤੇ ਤੁਸੀਂ ਇਹ ਕਹਿੰਦੇ ਗੱਲ ਕਰਨ ਲੱਗੇ ਆ, ਦਾਵਾ ਤੁਸੀਂ ਬੜਾ ਕਰ ਰਿਹਾ। ਹੁਣ ਜਰਾ ਮੇਰੀ ਤਸੱਲੀ ਮੈਂ ਦਾਊਦ ਅਲੈਹਿਸਲਾਮ ਦਾ ਨਾਮ ਹੀ ਨਹੀਂ ਲਿਆ, ਇਹ ਤਾਂ ਤੁਸੀਂ ਲਿਆ। ਮੈਂ ਤਾਂ ਕਿਹਾ ਉਹ ਨਬੀ। ਚਲੋ ਇੰਜ ਕਰ ਲਓ ਮੇਰੇ ਮੁਹਤਰਮ, ਇੰਜ ਨਹੀਂ। ਸਟੇਰਿयल ਸਾਹਿਬ ਤੇਜ਼ੀ ਨਾਲ ਆਂਦਾ, ਦੇਖੋ ਹੁਣ ਚਲਾਕੀ ਨਾਲ ਕੱਢ ਲੈਣਾ। ਉਹ ਨਹੀਂ, ਗੱਲ ਤੇ ਸੁਣ ਲਓ। ਤੁਸੀਂ ਨਬੀ ਦਾ ਨਾਂ ਲਿਆ, ਚਲੋ ਗੱਲ ਸੁਣ, ਇੰਜ ਆ ਜਾ, ਤੁਹਾਡੀ ਗੱਲ ਮੰਨ ਲੈਣ। ਨਬੀ ਦਾ ਤਾਂ ਨਾਂ ਲਿਆ ਜੇ, ਨਬੀ ਤੇ ਹੋਗਨ ਕੋਈ ਹੋਵੇ, ਕੋਈ ਫਰਕ ਨਹੀਂ ਪੈਂਦਾ। ਨਬੀ ਤੇ ਨਬੀ ਹੈ ਨਾ। ਹਾਂਜੀ। ਦੇਖੋ ਸਟੇਰਿयल ਸਾਹਿਬ, ਦੇਖੋ ਜਦੋਂ ਬੰਦੇ ਕੋਲ ਦਲੀਲ ਨਹੀਂ ਹੁੰਦੀ ਨਾ, ਫਿਰ ਬੰਦਾ ਪਰੇਸ਼ਾਨ ਹੁੰਦਾ ਹੈ। ਆਪਣੇ ਆਪ ਨੂੰ ਕਨਫਿਊਜ਼ ਨਾ ਕਰੋ, ਗੱਲ ਸਿੱਧੀ ਕੌਲਨ ਸਦੀਦਾ। ਤੁਸੀਂ ਜਦੋਂ ਲਫ਼ਜ਼ ਹੁਣ ਸਿਰਫ ਮਿਰਜ਼ਾ ਸਾਹਿਬ ਨੂੰ ਬਚਾਉਣ ਦੀ ਖਾਤਰ, ਹੁਣ ਮੇਰੀ ਗੱਲ ਨਾ ਕੱਟਣਾ, ਤੁਹਾਨੂੰ ਮਾਈਕ ਮਿਊਟ ਕਰਨਾ ਜ਼ਰਾ। ਸਟੇਰਿयल ਸਾਹਿਬ ਮਾਈਕ ਮਿਊਟ ਕਰ ਲਓ ਜਰਾ ਪਲੀਜ਼ ਯਾਰ। ਅੱਛਾ, ਮੈਂ ਅਗਰ ਦਲੀਲ ਨਾ ਹੋਵੇ ਤੁਸੀਂ ਰੱਦ ਕਰੋ। ਗੱਲ ਇਹ ਵੇ ਕਿ ਤੁਸੀਂ ਨਬੀ ਦਾ ਨਾਂ ਲਿਆ ਔਰ ਕਿਹਾ ਜੀ ਉਹਨਾਂ ਦੀ ਬੀਵੀ ਤੇ ਨਜ਼ਰ ਪਈ, ਸਿਪਾਹੀ ਨੂੰ ਮਰਵਾ ਦਿੱਤਾ। ਤੁਸੀਂ ਨਬੀ ਦੇ ਉੱਪਰ ਅਟੈਕ ਕੀਤਾ ਹੈ ਔਰ ਨਬੀ ਵੀ ਇੰਜ ਕਰਦਾ ਹੈ। ਹੁਣ ਮਿਰਜ਼ਾ ਸਾਹਿਬ ਦਾਵਾ ਕਰ ਚੁੱਕੇ ਨੇ। ਹੁਣ ਤੁਹਾਡੇ ਵਾਸਤੇ ਮੁਸੀਬਤ ਇਹ ਹੋ ਰਹੀ ਹੈ ਕਿ ਤੁਸੀਂ ਪੂਰੇ ਨਹੀਂ, ਮਿਰਜ਼ਾ ਸਾਹਿਬ ਦੇ ਪੂਰੇ ਨਹੀਂ ਉਤਰਦੇ। ਜਦੋਂ ਪੂਰੇ ਨਹੀਂ ਉਤਰਦੇ ਤੇ ਤੁਸੀਂ ਮਨ ਗੜਤ ਰਿਵਾਇਤ ਦਾ ਸਹਾਰਾ ਲੈਂਦੇ ਹੋ। ਔਰ ਮੈਂ ਅਰਜ਼ ਕੀਤਾ ਹੈ ਕਿ ਰਿਵਾਇਤੀ ਬੇਅਦਬੀ ਵਾਲੀ ਗੁਸਤਾਖੀ ਔਰ ਇਸਰਾਈਲੀ ਰਿਵਾਇਤ ਨੇ, ਉਹੀ ਰਿਵਾਇਤ ਨੇ ਇਸਰਾਈਲੀ ਕਿ ਜਿਹੜੀਆਂ ਉਹਨਾਂ ਕੋਲੋਂ ਅਹਿਲੇ ਕਿਤਾਬ ਅੰਬਿਆ ਇਕਰਾਮ ਦੇ ਬਾਰੇ ਪੇਸ਼ ਕਰਦੇ ਸਨ, ਬਾਈਬਲ ਵਿੱਚ ਨੇ ਜਾਂ ਦੀਗਰ ਜਗ੍ਹਾ ਤੇ ਨੇ। ਅੱਲਾਹ ਦਾ ਕੋਈ ਨਬੀ ਇੰਜ ਕਰ ਹੀ ਨਹੀਂ ਸਕਦਾ ਕਿ ਕਿਸੇ ਦੀ ਸ਼ਾਦੀशुदा ਬਿਊਟੀ ਤੇ ਨਜ਼ਰ ਪਈ ਔਰ ਉਸ ਤੋਂ ਬਾਅਦ ਫਿਰ ਉਹਨੇ ਬੰਦੇ ਨੂੰ ਮਰਵਾ ਦਿੱਤਾ। ਔਰ ਸਾਡੇ ਬਜ਼ੁਰਗਾਂ ਨੇ ਇਹਨਾਂ ਰਿਵਾਇਤ ਨੂੰ ਰੱਦ ਕੀਤਾ ਕਿ ਮਨ ਘੜਤ ਨੇ, ਅੱਲਾਹ ਦੇ ਨਬੀ ਦੀ ਇਹ ਸ਼ਾਨ ਹੀ ਨਹੀਂ। ਮੈਂ ਇਹਨੂੰ ਰੱਦ ਕਰ ਦਿੱਤਾ, ਮੈਂ ਨਹੀਂ ਮੰਨਦਾ ਇਸ ਰਿਵਾਇਤ ਨੂੰ। ਤੁਸੀਂ ਪੇਸ਼ ਕੀਤਾ ਤੇ ਜਿਹੜਾ ਬੰਦਾ ਸਟੇਰਿयल ਸਾਹਿਬ ਪੇਸ਼ ਕਰੇਗਾ ਉਹਨੂੰ ਓਨ ਕਰਦਾ ਹੈ ਤੇ ਪੇਸ਼ ਕਰਦਾ ਹੈ ਨਾ। ਮੁਸਲਮਾਨ ਕਿਉਂ ਨਹੀਂ ਇਹ ਰਿਵਾਇਤਾਂ ਪੇਸ਼ ਕਰਦੇ? ਇਸ ਵਾਸਤੇ ਉਹ ਸਮਝਦੇ ਨੇ ਕਿ ਇਹ ਰਿਵਾਇਤਾਂ ਠੀਕ ਨਹੀਂ ਨੇ। ਹੁਣ ਤੁਸੀਂ ਹਜ਼ਰਾਤ ਸਿਰਫ ਉਹਨੂੰ ਕਵਰ ਦੇਣ ਵਾਸਤੇ ਤੁਸੀਂ ਜਦੋਂ ਇਹ ਰਿਵਾਇਤਾਂ ਪੇਸ਼ ਕਰਦੇ ਹੋ ਤਾਂ ਫਿਰ ਸਾਡਾ ਹੱਕ ਬਣਦਾ ਹੈ ਤੇ ਅਸੀਂ ਤੁਹਾਨੂੰ ਗੱਲ ਕਰੀਏ। ਇਹ ਰਿਵਾਇਤ ਬਿਲਕੁਲ ਮਨ ਘੜਤ ਹੈ ਕਿ ਨਜ਼ਰ ਪਈ ਤੇ ਉਹ ਮਰਵਾ ਦਿੱਤਾ। ਫਿਰ ਤੁਸੀਂ ਕਹਿੰਦੇ ਹੋ کہ نبی پاک صلی اللہ علیہ وسلم تے حضرت زید تے حضرت زین، حالانکہ قرآن دی آیت نمبر سورہ آیت 37 امسک علیکا زوجکا،
اے زید اپنی بیوی نو روک کے رکھ، طلاق نہ دے۔ نبی پاک طلاق تو منع کر رہے نے، مرزا صاحب نے پوری توانائیاں لا دیتیاں نے اس رشتے واسطے، پتر کو طلاق دلوائیے، اور اس تو بعد جناب تھریٹ دیتے نے، دھمکیاں دیتیاں نے، اور اس خاتون دے نکاح ہون تو بعد بھی انہوں سکھ نال نہیں رہن دیتا۔ ہن تسی دلیل دے رہے ہو جی فلانا احمدی ہو گیا، فلانا احمدی ہو گیا، یہ جواب ہے۔ اصولی بات کرو، کیا اسلام کسے نو نکاح یا شادی دا رشتہ منگنا کوئی غلط بات نہیں، منگ سکتے ہو رشتہ، لیکن جڑا یہ طریقہ کار ہے میرے محترم سٹے ریال صاحب، کیا قرآن پاک دا ہے؟ یہ طریقہ نبی پاک صلی اللہ علیہ وسلم دا ہے؟ ادو تسی کہندے ہو کہ جناب کوئی بندہ امت چ ہے جن نے کامل اطاعت کیتی ہے۔ کامل اطاعت پھر یہ ہوندی ہے کہ حضور دے نقشے قدم تے چلے۔ کیا انج رشتہ منگیا نبی کریم صلی اللہ علیہ وسلم نے کہ رشتہ دے ہونے تو مر جائے گا، تیرا شوہر مر جائے گا؟ مین میرا کوشچن ہے وے سورہ بقرہ دی آیت نمبر 102، اللہ فرماندا ہے کہ انہاں کول او سکھ دے سن جن دے نال میاں بیوی دے درمیان جدائی پواندے سن۔ قرآن پڑھ رہا میرے محترم، تہاڈا تے دعویٰ ہے ساڈے نال قرآن تے آ کے گل کرو۔ یہ قرآن جڑا ہے یہ ایک ہوندی کسوٹی ہے، وہ کہندے نے قرآن 102 فرماندا ہے کہ انہاں نو منتر وہ سکھدے سن جڑا میاں بیوی دے درمیان جدائی ہے۔ میرا سوال یہ ہے کہ جدو محمدی بیگم صاحبہ دا چلو انہاں دے نکاح تو پہلے چلو کر کوئی اسی کر سکنے ہیں، کوئی ان دی تعویل تسی کرو، جدو اس بی بی دا نکاح ہو گیا وہ اپنے شوہر نال خوش و خرم رہ رہی، 1947 تک دونوں میاں بیوی بعد وچ بھی اکٹھے رہندے رہنے۔ یہ کیڑا اصول ہے؟ مغربی اصول دس دیو، مشرقی اصول دس دیو، کسی مذہب دا اصول دس دیو کہ خاتون دی شادی ہو جاوے تو کوئی غیر معرف بندہ کہے کہ وہ بیوہ ہو کے پھر بھی میری نکاح چاہے گی۔ یہ میرا سوال ہے، یہ تسی جواب دے دو۔ میں کوئی گستاخی نہیں کر رہا، میں نے دیکھا کوئی توہین کیتی ہے، ایک اصولی سوال کیتا ہے۔ اچھا نبی کریم صلی اللہ علیہ وسلم دے بارے کوئی غیر مسلم میں گالی کوئی کڈی ہوئے تو دس دیو، کوئی توہین کیتی ہوئے، میں ایک سوال کیتا ہے۔ اسلام دے بارے بھی کوئی سوال کرے گا، اسی بڑے تمن نال جواب دیاں گے۔ جی سٹیریل صاحب بولو ہن تسی۔ نہیں وہ تسی دیکھو، میں تے حضرت زینب دا ذکر بھی نہیں کیتا تے تسی خود انہاں دا ذکر لائے جی۔ دیکھو نا، یہ مطلب تسی کدے نقشے قدم تے چلے، یہی اعتراض غیر مسلم کردے نے، یہی اعتراض تسی مرزا صاحب تے کردے ہو، یہی چیز تسی میرے اگے لے آئے جے۔ یہ جڑیاں چیزاں نے مرزا صاحب دی تے انہاں دی اولاد جنہاں نو سب تو زیادہ غیرت جڑی ہے وہ خامن نو ہوندی ہے، وہ دے بھرا نو ہوندی ہے، وہ دے پتر نو ہوندی ہے۔ پتر اس بندے نو مندا پیا جڑا او دی ماں دی تہاڈے مطابق جڑا ہے وہ عزت نو تاتار کر رہا ہے یا انہوں سکھ نال وسن نہیں دے رہا، وہ پتر او دا اس پاسے آ گیا ہے۔ او دی ماں، نانی، او دی مستی، او دے ہور عزیزو کر، وہ سارے اس پاسے آ گئے نے، تے تسی سارے جڑے ہو اس پاسے لگے ہو جدھر وہ انکار کرنے والے لگے ہوندے نے۔ تے اس گل دی منو سمجھ نہیں آئی، وہ شرطی پیش گوئی سی اپنے حالات اپنی جگہ تے اپنے ٹائم تے پوری ہو گئی۔ جدو اگلیاں نے اس چیز نو من لیا، وہ بندہ وچوں ایک جڑا مین منکر سی وہ وچوں مر گیا اپنے ٹائم سر، تے باقیاں دا خوف پیدا ہو گیا، انہوں نے توبہ کر لی۔ ہن یونس علیہ السلام دی قوم تے عذاب نہیں آیا تے ایدے تے نعوذ باللہ یونس علیہ السلام تے نہیں وہ غلط ہو گئے، حالانکہ وہ خود بھی گھبرا گئے اس چیز تو کہ میرے نال تے رب نے وعدہ کیتا سی تے پورا ہی نہیں ہویا۔ ہن ایدے نعوذ باللہ اسی جڑے امتی ہاں، اسی حضرت یونس نو غلط نہیں کہہ سکدے، ساڈے سمجھنے ہی فرق ہے یا انہاں دے سمجھنے ہی فرق لگ سکدا ہے، یہ چیز ہے۔ دوسرا ایک میں پوائنٹ ایڈ کر دوں کہ جیسے اب ادنان صاحب آپ رکیں، نہیں بات کریں، میں تو آپ آگے نہیں کر رہا ہوں، میں تو پہلے اجازت دے کے چلا گیا تھا۔ دیکھیں ادنان صاحب ان کا جواب پھر آپ جواب دے چکے ہیں، اپنے وہی جواب نہیں دیا، انہوں نے جواب نہیں دیا، انہوں نے ایک نئی بات کر۔ دیکھیں حضرت سٹیریل صاحب، آپ اپنا نقصان کیا کر رہے ہیں؟ پہلے آپ نے کہا نبی نے بیوٹی پہ نظر پڑی اور اس نے بندہ مروا دیا، یہ آپ کے الفاظ ہیں، ریکارڈڈ جیسے کہتے ہیں نا آپ لوگ، ریکارڈڈ ہو چکی ہے۔ تو ہو جائے انہوں نے منو کی ہوتے ہونا ہے، وہ گل تو سنو نا، کچھ نہیں ہونا، تو کی ہونا، لکھی ہے تہاڈے لوگ بیان کرتے ہیں، وہ گل تو سنو نا، ساڈا لوگ کوئی بیان نہیں کرتا، 2 منٹ کرتے نے۔ میں مرزا علی مرزا دے منہوں سنی، چھڈو انہاں گلاں نوں۔ مرزا وہ بھی کوئی بندہ
ਮਿਰਜ਼ਾ ਅਲੀ ਨੂੰ ਛੱਡੋ, ਕੋ ਬੰਦਾ ਛੋੜ ਉਹਨੂੰ। ਅੱਛਾ ਗੱਲ ਇਹ ਵੇ, ਜਾਣ ਹੁਣ ਗੱਲ ਤਾਂ ਸੁਣ, ਹੁਣ ਜਵਾਬ ਤਾਂ ਸੁਣਨਾ ਸਟੇਰੀਅਲ ਸਭ ਗੱਲ ਤਾਂ ਸੁਣ। ਇੰਜ ਨਾ ਹੁਣ ਹੱਸਣ ਨਾਲ ਗੱਲ ਇਹ ਵੇ, ਇਹ ਰਿਵਾਇਤ ਮੇਰੇ ਸਾਹਮਣੇ ਇਸ ਬਰੋਡ ਤੇ ਤੁਸਾਂ ਪੇਸ਼ ਕੀਤੀ। ਇਹਦਾ ਮਤਲਬ ਇਹ ਹੋਇਆ, ਜ਼ਰਾ ਗੌਰ ਕਰਨਾ, ਕਿ ਤੁਹਾਡੇ ਸਾਹਮਣੇ ਨਬੂਵਤ ਦਾ ਮਿਆਰ ਇਹ ਹੈ ਕਿ ਨਬੀ ਉਹ ਹੁੰਦਾ ਮਾਜ਼ਅੱਲਾ ਜਿੰਦੀ ਬੁੱਢੀ ਤੇ ਨਜ਼ਰ ਪਵੇ ਤੇ ਉਹ ਬੰਦਾ ਮਰਵਾ ਦੇਵੇ। ਤੁਸੀਂ ਇਹ ਮਿਆਰ ਕਾਇਮ ਕੀਤਾ ਸਿਰਫ ਮਿਰਜ਼ਾ ਸਾਹਿਬ ਨੂੰ ਬਚਾਉਣ ਦੀ ਗੱਲ ਹੀ ਨਹੀਂ ਕੀਤੀ ਤੁਸੀਂ। ਇਹ ਉਹ ਮੌਲਵੀਆਂ ਨਾ, ਇਹ ਤੁਹਾਡੀ ਚੀਜ਼ ਜਿਹੜੀ ਹੈ ਨਾ, ਇਹ ਤੁਹਾਡੇ ਖੁਦਾ ਚ ਨਹੀਂ ਸੀ ਹੈਗੀ। ਸਟੇਰੀਅਲ ਸਾਹਿਬ ਉਹ ਰੰਗ ਚ ਆ ਗਏ ਜਿਹੜੇ ਸਾਡੇ ਸ਼ੀਈ ਉਲਮਾ ਦਾ ਜਿਹੜਾ ਤਰੀਕਾ ਕਾਰ ਹੈ, ਤੁਸੀਂ ਉਹਦੇ ਤੇ ਆ ਗਏ ਜੀ। ਦੇਖੋ ਸਟੇਰੀਅਲ ਸਾਹਿਬ ਇੰਜ ਨਾ ਕਰੋ ਨਾ, ਦਲੀਲ ਹਾਲਾਂ ਨਾ ਮੈਂ ਹੋਵੇ। ਤੁਹਾਨੂੰ ਤਕਬੀਰ ਟੀਵੀ ਤੇ ਵੀ ਦੇਖਦਾ ਰਿਹਾ, ਮਤਲਬ ਤਕਵੀਰ ਟੀਵੀ ਕਿੱਥੇ ਆ? ਉਹ ਗੱਲ ਤਾਂ ਸੁਣੋ ਨਾ, ਤਕਵੀਰ ਟੀਵੀ ਕਿੱਧਰ ਆ ਗਿਆ? ਛੋੜੋ ਇੱਕ ਮਿੰਟ, ਮੈਂ ਗੁਜ਼ਾਰਿਸ਼ ਤੁਹਾਡਾ ਤਰੀਕਾ ਕਾਰ ਜਿਹੜਾ ਪਹਿਲਾਂ ਸੀ ਨਾ, ਉਹਦੇ ਤੇ ਲੀਲਾ ਉਹਦੇ ਤੇ ਵਾਪਸ ਆਓ। ਉਹ ਵਾਪਸ ਆਣਾ 2 ਮਿੰਟ ਹੈ। ਤੁਸੀਂ ਵੀ ਵਾਪਸ ਆ ਜਾਓ, ਤੁਸੀਂ ਵੀ ਵਾਪਸ ਆ ਜਾਓ, ਮਰਨਾ ਜੇ। ਦੇਖੋ ਤੁਸਾਂ ਪਹਿਲਾਂ ਇਹ ਕਿਹਾ ਹੈ ਕਿ ਨਬੀ ਨੇ ਸਾਰੇ ਹਜ਼ਰਾਤ, ਅਗਰ ਮੈਂ ਗਲਤ ਬਿਆਨੀ ਕਰ ਰਿਹਾ ਤਾਂ ਮੈਨੂੰ ਜੁਠਲਾ ਸਕਦੇ ਹੋ। ਇਹਨਾਂ ਨੇ ਕਿਹਾ ਨਬੀ ਨੇ ਵੀ ਇੱਕ ਬੁੱਢੀ ਤੇ ਨਜ਼ਰ ਪਈ, ਬੰਦਾ ਮਰਵਾ ਦਿੱਤਾ। ਯਾਨੀ ਮਿਰਜ਼ਾ ਸਾਹਿਬ ਦੇ ਬਾਰੇ ਵੀ ਇਹਨਾਂ ਨੇ ਤਸਲੀਮ ਕਰ ਲਿਆ کہ انہاں دی بھی بڈی تے نظر پئی تے بندہ مروا دیتا. غور کرنا ذرا گل تے جنہوں نے بات نہیں کی آپ اس کا اپنے نتیجے خود نہ نکالیں. نہیں غلط طریقہ ہوتا ہے نا اس طرح بات کرنے کا انداز نہیں ہوتا. مجھے بولنے تو دے اللہ کے بندو, بولنے تو دو. انہوں نے صرف یہ بات کہی تھی کہ غیر مسلم اس طرح کی باتیں کرتے ہیں, آپ منکرین والی روش اختیار کریں, صرف اتنی بات کی تھی انہوں نے. یہ آپ کو آئینہ دکھانے کی انہوں نے بات کی تھی, یہ نہیں کہا تھا کہ میں یہ مانتا ہوں. آپ کو غلط تاثر نہ دیں, یہ تو پھر غلط بات ہوتی ہے. انہوں نے اس کو رد نہیں کیا, انہوں نے بطور رد نہیں کیا, انہوں نے کہا پھر ایسے ہی الزامات لوگ لگاتے ہیں جو اس طرح کی. میری بات سنیں, بات یہ ہے انہوں نے واقعہ بیان کیا, رد میں نے کیا, انہوں نے رد نہیں کیا. انہوں نے صرف آپ کو آئینہ دکھایا ہے کہ اسی طرح کی باتیں ہوا کرتی ہیں, باقی انبیاء پہ بھی ایسے الزامات لگتے رہے ہیں. نبی پاک میں منکرین کے پاس چلے جائیں, وہ آپ کو دکھائیں گے اخلاقیات کیا ہوتی ہیں. بالکل اخلاقیات یہی ہوتی ہے کہ شادی شدہ دکھائیں گے, آپ کے پاس پھر کوئی جواب بھی نہیں ہوگا. جو کچھ روایتیں آپ کو نکال کے دکھائیں گے, حدیث نکال کے دکھائیں گے, وہ آپ کو آپ کے پاس بھی جواب نہیں ہوگا. اس کا مطلب آپ کے پاس نہیں ہے جواب, یہ آپ کہہ رہے ہیں, ٹھیک ہے نا. ہمارے پاس تو ہے, ہم آپ کی طرح کے لوگ تو نہیں ہے نا. ہم تو ایسے لوگوں کو منہ نہیں لگاتے تھے جو کہ بد کرداری کا انبیاء پہ الزام لگاتے ہیں اپنے مفروضے قائم. کوئی نبی ہوئے تھے, اور نبی تو ہوئے تھے پھر ہے نا, جب نبی نہ ہوئے تو پھر وہ نہیں مانتے نا نبی, جڑے بھی منکرین ہوندے نے وہ نبی نہیں مانتے نے. گل تے تسی تے مندے ہو نا. اچھا گل اے ادنان صاحب نے تہاڈی گل میں سننا, گزارش ہے انہوں نے بیان کیتا, میں کوئی جواب دیکھیں ان پہ آپ کے سامنے والے بیٹھے ہوئے بندے پہ ہم الزام لگا رہے ہیں. بولن دے یار, اپنی کوئی بولن تو دے. آپ بولیں, آپ مسلسل بول رہے ہیں, بولنے ہی نہیں دے رہے مجھے. سوال کیا تو جواب بھی سنیا. یہ آپ مفروضے پہ الزامات لگا رہے ہیں ایک بندے پہ جو آپ کے سامنے بیٹھا ہوا ہے. بیٹھے رہے یار. دوسری بات ہے یونس علیہ السلام کے اوپر بھی انہوں نے جھوٹ بولا ہے. قرآن پاک میں ایسی بات ہے ہی نہیں. جہالت کا ثبوت دیا سٹیریل صاحب نے. اللہ کے نبی کو معاذ اللہ استغفر اللہ یہ کہہ رہے ہیں کہ اللہ کے نبی کی بات پوری نہیں. اب مرزا صاحب کی باتیں پوری نہیں ہے تو آپ اللہ کے سچے نبیوں کے اوپر بھی آپ نے وہی جو ہے فارمولا فٹ کرنے کی ناکام کوشش کر رہے ہیں. اللہ کے نبی سچے ہوتے ہیں, اور یہ جو ابھی انہوں نے واقعہ گھڑا ہے وہ قرآن پاک میں ہے ہی نہیں ہے. بتائیں مجھے کہاں لکھا کہ یونس علیہ السلام نے کہا کہ عذاب آئے گا؟ بتائیے 3 دن میں عذاب آئے گا؟ بتائیں, پڑھے قرآن کی کون سی آیت ہے وہاں اتنی بات. گل سنو, تسی جڑا نا تجاوز کر رہے ہو شاہ جی. گل اس طرح ہے, ایک منٹ اس طرح نہیں. ہن تسی میں اپنی جاب لین والا تے بہتان لا کے تے تسی جڑا اپنے او عالمانہ رنگ نہ دیو. اے اللہ تعالیٰ نے نہیں کیا اگر یونس علیہ السلام دے متعلق نہیں آندا کہ وہ توبہ نہ کر دے تو میں قیامت دے دن تک مچھلی دے پیٹ چوں اینوں نکال دا. اے مطلب تسی نہیں, وہ مچھلی دے پیٹ کس واسطے گئے سن دسو مینوں. او گئے کہ انہاں نوں کشتی جو انہوں نے اپنی قربانی دتی, او اپنا شہر جڑا اپنی بستی چھڈ گئے. تہاڈا پتہ کی ہن مرزا صاحب فٹ نہیں آندے, تسی نبیاں دے اوپر الزام لاਣ لگ پیندے ہو. اے رولا ہے تہاڈا.
ਦੇਖੋ ਤੁਹਾਡਾ ਪੂਰਾ ਯਾਨੀ ਸਰ ਗੱਲ ਇਹ ਕਿ ਤੁਸੀਂ ਜਿਹੜਾ ਨਾ ਗੱਲ ਨੂੰ ਐਸਰਾ ਹੁੰਦੀ ਨਹੀਂ ਨਾ ਗੱਲ ਜਿਸ ਤਰ੍ਹਾਂ ਤੁਸੀਂ ਕਰਦੇ। ਦੇਖੋ ਤੁਸੀਂ ਜ਼ੁਲਮ ਇਹ ਕੀਤਾ ਹੈ, ਸੁਣੋ ਸ਼ੇਰੀਆਲ ਸਾਹਿਬ, ਤੁਸੀਂ ਬੜੇ ਸ਼ਰੀਫ, ਤੁਸੀਂ ਜ਼ੁਲਮ ਇਹ ਕੀਤਾ ਹੈ ਮਿਰਜ਼ਾ ਸਾਹਿਬ ਦੀ ਕਮਜ਼ੋਰੀਆਂ ਨੂੰ ਕੱਢਣ ਵਾਸਤੇ ਤੁਸੀਂ ਅੱਲਾ ਦੇ ਸੱਚੇ ਨਬੀਆਂ ਤੇ ਇਲਜ਼ਾਮ ਲਾਉਂਦੇ ਹੋ। ਨਹੀਂ ਗੱਲ ਇਹ ਕਿ ਮੇਰੀ ਗੱਲ ਸੁਣੋ ਨਾ, ਮਿਰਜ਼ਾ ਸਾਹਿਬ ਸਾਡੇ ਨਜ਼ਦੀਕ ਦਾ ਸੱਚੇ ਨਬੀ ਤੁਹਾਡੇ, ਇੱਕ ਮਿੰਟ ਉਹ ਸਾਹ ਲਵੋ, ਅੱਲਾ ਦੇ ਬੰਦੇ ਸਾਹ ਲਵੋ, ਤੂੰ ਐਵੇਂ ਬਲੱਡ ਪ੍ਰੈਸ਼ਰ ਹਾਈ ਕਰੋਗੇ। ਅੱਲਾ ਦੇ ਸੱਚੇ ਨਬੀ ਅਸੀਂ ਮਿਰਜ਼ਾ ਸਾਹਿਬ ਨੂੰ ਸੱਚਾ ਮੰਨਦੇ ਆ। ਮੇਰੀ ਗੱਲ ਤਾਂ ਸੁਣੋ ਨਾ, ਇੱਕ ਮਿੰਟ, ਐਸਾ ਨਹੀਂ ਅਸੀਂ ਇਹ ਮਿਰਜ਼ਾ ਸਾਹਿਬ ਨੂੰ ਸੱਚਾ ਮੰਨਦੇ ਆ। ਅੱਛਾ ਗੱਲ ਤਾਂ ਸੁਣੋ ਨਾ, اب میری گل سنو حضرت او گل سنو بھائی جی گل سنو نا حضرت آدم علیہ السلام تو لے کے ایک منٹ ایسا نہیں حضرت آدم علیہ السلام تو لے کے ਤਾਰਕ ਸਾਹਿਬ ਮਾਈਕ ਮਿਊਟ ਹੋ ਗਿਆ ਜੇ ਤੁਸੀਂ ਮਿਊਟ ਕੀਤਾ ਮਾਈਕ ਮਿਊਟ ਹੈ ਹੁਣ। ਤੁਸੀਂ ਦੇਖੋ ਆਪਣਾ ਮੈਂ ਤੁਹਾਨੂੰ ਬੜੇ ਜਿਹੜਾ ਨਾ ਨੇਕ ਨੀਅਤੀ ਨਾਲ ਤੇ ਇਖਲਾਸ ਨਾਲ ਤੇ ਖੈਰਖਾਹੀ ਨਾਲ ਸਟੇਰੀਅਲ ਸਾਹਿਬ ਤੁਸੀਂ ਸਾਰੇ ਅੰਬੀਆਂ ਨੂੰ ਲਪੇਟ ਚ ਲੈਂਦੇ ਹੋ। ਇਹ ਤੁਹਾਡੀ ਸਭ ਤੋਂ ਬੜਾ ਜਿਹੜਾ ਤੁਹਾਡਾ ਨਕਸ ਹੈ ਨਾ, ਜਿਹੜੀ ਗੱਲ ਅੰਬੀਆ ਦੇ ਵਾਸਤੇ ਨਹੀਂ ਹੈ, ਤੁਸੀਂ ਸਿਰਫ ਮਿਰਜ਼ਾ ਸਾਹਿਬ ਨੂੰ ਜਿਹੜਾ ਕਵਰ ਦੇਣ ਵਾਸਤੇ اللہ تعالیٰ دے سچے نبیوں دے اوپر وہ گل لاندے ہو جڑی نہ گل قرآن نے بیان کیتی نہ نبی پاک صلی اللہ علیہ وسلم نے بیان کیتی، اور جڑی بائبل والیاں گلاں پڑھ پڑھ کے تسی اللہ دے نبیوں دے بارے جڑا ہے جی غلط الزامات لاندے ہو۔ میرا ایک ہی سوال ہے، تواڈے وچ کوئی فن خواہ مربی آئے میرا جواب دے کہ ایک خاتون دا نکاح ہو جائے وہ اپنے گھر چ رہے، کیا یہ کیا جانا چاہیے ہے کہ ہاں یہ بیوہ ہوتے میرے گھر وچ آوے گی؟ یہ اسلام اجازت دیندا ہے، قرآن اجازت دیندا ہے۔ قرآن تے سورہ بقرہ دی 102 نمبر آیت وچ فرماندا ہے کہ اے جیڑے سن اے میاں بیوی دے درمیان جدائی کردے سن، قرآن پاک نے تینوں جرم قرار دیتا ہے۔ اور شیطان سب تو زیادہ خوش ہوتے ہوندا ہے جدوں میاں بیوی دے درمیان جدائی کرائی جائے۔ ਇਹਦਾ ਤੁਸੀਂ ਜਵਾਬ ਨਹੀਂ ਦਿੰਦੇ۔ ਯੂਨਸ ਅਲੈਹ ਸਲਾਮ ਵਾਲੀ ਗੱਲ ਵੀ ਗਲਤ ਗੱਲ ਕਰਦੇ ਹੋ ਤੁਸੀਂ। ਤੁਹਾਡੇ ਲਿਟਰੇਚਰ ਜਿਹੜੀ ਯੂਨਸ ਅਲੈਹ ਸਲਾਮ ਦੇ ਬਾਰੇ ਗੱਲ ਕੀਤੀ, ਯੂਨਸ ਅਲੈਹ ਸਲਾਮ ਨੇ ਕਿਹਾ ਸੀ ਕਿ ਅਜ਼ਾਬ ਆਏਗਾ, ਦੱਸੋ ਕਿੱਥੇ ਕੁਰਾਨ ਪਾਕ ਵਿੱਚ? ਕੁਰਾਨ ਤੇ ਸੂਰਾ ਯੂਨਸ ਜੇ ਫਰਮਾਂਦਾ ਹੈ ਕਿ ਜਿਵੇਂ ਤੌਬਾ ਕੀਤੀ ਉਸ ਕੌਮ ਨੇ, ਯੂਨਸ ਅਲੈਹ ਸਲਾਮ ਦੀ ਕੌਮ ਨੇ ਕੀਤੀ, ਐਵੇਂ ਲੋਕਾਂ ਨੇ ਕਿਉਂ ਨਹੀਂ ਕੀਤੀ? ਅੱਲਾਹ ਫਰਮਾਨ ਮਿਸਾਲ ਦੇ ਰਿਹਾ ਹੈ, ਜਿੰਨਾ ਉਹਨਾਂ ਨੇ ਤੌਬਾ ਦੀ ਇੰਤਹਾ ਕੀਤੀ, ਇਹ ਅਰਦਾਸ ਕੀਤਾ, ਕੋਈ ਹੋਰ ਵੀ ਕਰਦੇ ਤੇ ਮੇਰੀ ਰਹਿਮਤ ਤੇ ਕਰਮ ਹੁੰਦਾ। ਯੂਨਸ ਅਲੈਹ ਸਲਾਮ ਦਾ ਉੱਥੇ ਕੋਈ ਜੁਮਲਾ ਹੀ ਕੋਈ ਨਹੀਂ ਉੱਥੇ। اور تسی اللہ تعالیٰ دے سچے نبیوں دے اوپر جڑا کلام کر دے ہو، ڈرو اللہ تعالیٰ تو۔ اے میری عرض ہے۔ جی جناب احمد علی صاحب، میرے خیال وہ سٹیریل صاحب تے چلے گئے جناب۔ جی عدنان صاحب ہن تسی گل کرو۔ اچھا سوری شاہ جی میں معذرت چاہنا تانوں میں انٹرپٹ کر رہا ہوں عدنان بھائی، سوری ایک اچھا ایک نا حدیث اگلے دن انہاں بیان کیتی کہ حضور اکرم صلی اللہ علیہ وسلم نے فرمایا کہ فارس کی کنیاں میرے ہاتھ میں دے دی گئی ہیں، ٹھیک ہے؟ میرا تو منو ایمان ہے یہ کہ اس دن ہی فارس فتح ہو گیا سی، ٹھیک ہے؟ اس اعلان نو یا اس پیشن گوئی نو یہ انج پورا کر دینے کہ اگر محمدی بیگم نہیں نکاح چ ہے، ٹھیک ہے مرزا صاحب دے، تے وہ اس طرح پوری ہو گئی کہ انہاں دے جڑے یعنی کہ اہل و عیال سن انہاں مرزا صاحب تے ایمان لے آئے، ایون کہ محمدی بیگم دے بیٹے نے بھی ایمان لے آندا انہاں تے مرزا صاحب تے۔ یہ نکاح جڑا ہے ان دا مطلب ایمان لے آنا ہے۔ دیکھو گزارش ہے، انہوں نے کہا جی تقدیر مبرم ہے کہ تقدیر مبرم دی انہوں نے تعریف کیتی ہے کہ تقدیر مبرم وہ ٹلی نہیں جا سکتی۔ یہ اور مرزا جانے نے بنتے رہن، میں تو کوئی مسئلہ نہیں۔ انہوں نے ایک تو لفظ تقدیر مبرم اور تقدیر مبرم نو انہوں نے ڈیفائن بھی خود کیتا ہے۔ تے سٹیریل صاحب جڑے نے یہ کہندے نے کہ میں جڑے نے گل غلط کرنا، میں جڑے ہن سوال ریز کرنے ہاں مینوں اوندا نہیں ہے تے کوئی جواب نہیں ہے شاہ صاحب۔ میرا سوال یہ ہے اگر عدنان صاحب انہوں ایڈریس کرنا چاہن کہ خاتون جدو شادی شدہ ہو جائے اس تو بعد ان دے واسطے کہنا کہ بیوہ ہوتے میرے نکاح وچ آئے گی، کیا شریفانہ طرز عمل ہے؟ اے میرا سوال ہے جناب، انہوں کوئی اور سورہ بقرہ دی آیت نمبر 102 پڑھ رہے ہیں جناب۔ جی شاہ صاحب بالکل شریفانہ طرز عمل ہے۔ اب جیسے کہ کسی بھی خاتون کا کسی محفل میں نام لینا عمومی طور پر اسے مناسب نہیں سمجھا جاتا، لیکن جب آپ سوال کھڑا کر رہے ہیں تو لا محلہ جواب دینے کے لیے
اس خاتون کا بھی ذکر بیچ میں آ رہا ہے، ٹھیک ہے۔ اسی طرح مرزا صاحب کے دور میں نہ تو شروع میں انہوں نے مرزا صاحب نے اس بات کو پبلک کیا، ان کے مخالفین نے جن کو رشتہ جن کے گھر بھیجا انہوں نے اس بات کو پبلک کیا، اور بعد میں جب پیش گوئی پہ اعتراضات کیے کہ تمہارے خدا نے تو تمہیں یہ کہا تھا اور یہ تو پیش گوئی پوری نہیں ہوئی اور انہوں نے وبائلہ مچانا شروع کر دیا، تو لا محلہ ان کو جواب دینے کے لیے پھر یہ ذکر تو کرنا پڑتا ہے نا کہ خدا تعالیٰ کا جو وعدہ ہے وہ پورا ہوگا، یقیناً ہوگا، اس بات پہ تو قائم رہنا پڑتا ہے کہ کیا خدا پہ کوئی الزامات لگائے یا اللہ کی باتوں پہ کوئی الزامات لگائے تو اس کا جواب دینا تو حق بچانے ہوتا ہے نا، اس کا جواب دینے کا وہ تو جائز بات ہوتی ہے۔ تو اسی بارے میں مرزا صاحب نے یہ باتیں لکھی ہیں، جب یہ ساری جو باتیں مرزا صاحب نے لکھی ہوئی ہیں وہ آپ کے علماء نے جو اعتراضات کیے تھے ان کا ذکر کیا تھا تو ان کے جواب میں لکھی ہوئی ہیں، ٹھیک ہے۔ تو مرزا صاحب کو تو نہ تو ان چیزوں کی ضرورت تھی جس طرح کہ آپ الزامات آپ لگا رہے ہیں، اور نہ ہی ان کا کوئی ایسا ارادہ تھا، ٹھیک ہے۔ مرزا صاحب نے تو خود کہا کہ یہ پیش گوئی پوری ہو گئی ہے، اور ہم کسی دوسرے نبی پہ کوئی الزامات نہیں لگاتے، ہم صرف یہ کہتے ہیں کہ جو بھی کسی کی موت کی وعید ہوتی ہے وہ توبہ سے وہ ٹل سکتی، وہ پرابلم جو ہے وہ ٹل سکتی ہے۔ باقی انبیاء کے دور میں بھی ایسی اقوام آئی جنہوں نے توبہ طائب کیا تو وہ ان پہ وہ جو عذاب آنا تھا وہ نہیں آیا۔ صرف اتنی ہم یہ الزام ہے نبی پہ کسی پہ کہ اگر اس کی قوم توبہ کرے تو ان پہ عذاب نہیں آئے گا، یہ نبی پہ الزام ہے؟ کوئی ایسی بات نہیں۔ یہ بھی ہم کہتے ہیں کہ اس خاندان نے توبہ طائب ہوئے، جو ان کی اسلام دشمنی تھی، اسلام خلاف روش تھی، وہ انہوں نے چھوڑ دی، ٹھیک ہے۔ مرزا صاحب نے ان کو شوہر کو بھی کہا کہ آپ نے اپنی زندگی میں ان کو شوہر کو بھی چیلنج دیا، کیا آپ میرے بارے میں کیا رائے رکھتے ہیں؟ اگر آپ نے وہی ارادہ رکھا جو پہلے تھا آپ کا تو آپ کھل کے بولیں، آپ کے ابھی بھی آپ میری مخالفت کرتے ہیں اور اس بات کو چھوٹا سمجھتے ہیں مجھے اس بات میں، لیکن انہوں نے ایسی کوئی بات نہیں کی، ٹھیک ہے۔ تو پوری وہ فیملی ان باتوں کو دیکھتے ہوئے، ان نشانات کو دیکھتے ہوئے ایمان لے کر آئی، اور آپ کے ڈائریکٹلی میں نے جواب دے دیا کہ آپ کے علماء جب اعتراضات کریں گے جیسے آپ اعتراض کر رہے ہیں تو لام اللہ مجھے جواب دینے میں اب ان خاتون کا ذکر تو کرنا پڑ رہا ہے نا، یا اس رشتے کا یا اس تعلق کا ذکر تو کرنا پڑ رہا ہے، کیونکہ آپ نے ایک سوال کھڑا کر دیا۔ اسی طرح آپ کے علماء سوال کھڑا کرتے تھے تو مرزا صاحب اس کا جواب دے دیتے کہ ہاں بھی اللہ کی بات سچی ہے اور یہ ضرور پوری ہوگی، بس اتنی سی بات ہے، اس میں صاحب اب میں بات مکمل ہوگی آپ کی؟ جی بولیں۔ ہاں، میری بات، میں نے آپ کی بات نہیں کاٹی اور میں امید کروں گا میری بات نہیں کاٹیں گے۔ اسلام ایک آفاقی دین ہے، اور اس نے جب قرآن مکمل ہوا، دین مکمل ہوا، ذات سیدنا محمد صلی اللہ علیہ وآلہ وسلم نے ہمیں گائیڈ لائن دے دی، اور آپ بھی دعویٰ کرتے ہیں حقیقی اسلام کا، اور آپ کا یہ بھی دعویٰ ہے کہ کامل اطاعت سے یہ مقام ملا۔ سوال یہ ہے محترم عدنان صاحب، اگر کوئی غیر مسلم ہو، دشمن بھی ہو، کیا اسلام تبلیغ کا، دعوت کا یہ طریقہ کہیں پر کوئی نظیر ہے قرآن سے کہ کسی کی بیٹی کا رشتہ مانگو؟ آپ مجھے کہیں گے آپ جی اللہ نے ایسا کہا تھا، جب قرآن مجید آ گیا تو معیار ہمارے سامنے قرآن پاک ہوگا، کسی کے الہام کو بھی جب پرکھنا ہوگا تو قرآن پاک سے پرکھا جائے گا، اگر قرآن اس کی پرمیشن دیتا ہے، جواز دیتا ہے تو قبول کریں گے، نہیں تو اس کو دیوار پر ماریں گے۔ اگر کوئی شخص کہے کہ نمازیں پہلے 5 تھی اب 2 ہو گئی ہیں، اللہ نے میرے اوپر الہام کیا، مانیں گے آپ اس کو؟ کوئی یہ کہے کہ رمضان کے روزے جو ہیں اب پہلے 30 دنوں کے تھے، 29-30 دنوں کے تھے، اب ایسا کرو صرف 1 ویک کے کر لو، جی مجھے اللہ نے الہام کیا ہے، مانیں گے آپ اس کو؟ کسی کی بیٹی کا رشتہ مانگنے کا طریقہ، اسلوب قرآن نے بیان کیا۔ ایون اگر دشمنان اسلام بھی ہوں تو تبلیغ کرنے کے، انہیں دعویٰ کرنے کے طریقے قرآن پاک نے بیان کر دی۔ اپنا کردار پیش کرو، ڈائیلاگ کرو۔ آپ نے مجھے یہ مثال قرآن سے دکھانی ہے کہ اگر کوئی اسلام کے خلاف ہو تو اس کی 13 سالہ بیٹی ہو، اس کا رشتہ اس انداز میں مانگو کہ میرے ساتھ رشتہ کرو، نہیں تو تیرا شوہر مر جائے گا، نہیں تو تو مر جائے گا۔ اور پھر اسلام یہ کہتا ہے اگر بچی آپ کی بالغہ ہو گئی ہے، اس کی رضامندی سے اس کا رشتہ کر دو۔ یہ اسلام کی تعلیم ہے۔ اب جو شخص بھی اس تعلیم سے انحراف کرے گا، دراصل اس نے قرآن کو بھی چھوڑا
اور حضور علیہ الصلوۃ والسلام کے بتائے ہوئے طریقے کو بھی چھوڑا۔ اسلام یہ کہتا ہے کہ بچی آپ کی بالغہ ہوگی، باپ کا یہ حق بنتا ہے کہ اپنی بیٹی کی رضامندی سے جہاں اچھا رشتہ دیکھے وہاں اس کا رشتہ کرتے۔ یہ اسلام کی تعلیم ہے۔ احمد بیگ صاحب نے، مرزا صاحب نے ان کو رشتے کا بھیجا، گھر میں ان کا مشورہ ہوا، جہاں انہوں نے پسند کیا۔ بیٹی کی لازمی بات ہے کہ اب بیٹی بالغہ ہے، اور اس کی دلیل یہ ہے کہ پھر وہ میاں بیوی دونوں، ڈیتھ جو ہے وہ سلطان بیگ صاحب کی 1892 میں نکاح ہوا، 1947 اور 8 55 سال اکٹھے رہے وہ۔ احمد بیگ کا جرم کیا تھا کہ انہوں نے اپنی بیٹی کا رشتہ کر دیا۔ آپ اس کو جرم قرار دیتے ہیں؟ کس سویلائزڈ ورلڈ میں آپ رہتے ہیں کہ اگر ایک باپ اپنی بیٹی کا رشتہ اس کی مرضی پسند سے کر دے تو آپ اس کو جرم قرار دیتے ہیں؟ پھر اس خاتون کا رشتہ ہو جاتا ہے۔ مجھے رشتہ مانگنے پر اعتراض نہیں ہے، آپ نے رشتہ مانگا، آگے باپ کی بیٹی کی مرضی ہے قبول کرے، کیا جبرن آپ کو اس کو ذہنی طور پر ٹارچر کر کے اس کا رشتہ لیں گے؟ یہ اسلام اس کی تعلیم دیتا ہے کہ کسی کا رشتہ مانگو تو کہو کہ تیرا باپ میرے ساتھ رشتہ کرو نہیں تو باپ مر جائے گا اور اس لڑکی کے حق میں برا، حق میں جو ہے وہ خراب ہوگا۔ یہ اسلام دیتا ہے ترغیب، کسی کو کوئی مذہبی لیڈر رہنما ہو، اس کا درجہ کوئی بھی ہو، تو کیا اسلام کی تعلیمات کی روشنی میں کسی کو یہ حق پہنچتا ہے کہ وہ دوسرے گھر کی بیٹی کا رشتہ اس انداز میں مانگے؟ ہاں، رشتہ مانگنے کا تو حق ہے، لیکن یہ انداز مجھے دکھائیے رشتہ مانگنے کا۔ اب آپ جنگی حالات میں چلے جائیں گے، کفار کا وہ معاملہ وہ جدا معاملہ، یہ امن ہے، پیس کا دنیا ہے، اور آپ خود کہتے ہیں کہ انگریز کی حکومت تھی اور اس سے بڑھ کر امن تو کوئی نہیں تھا، سکھ تنگ کرتے تھے جب انگریز آئے، تو یہ امن ہے، پیس ہے، حرب بھی نہیں ہے، جنگ بھی نہیں ہے۔ تو پہلا میرا پوائنٹ یہ، کیا یہ طریقہ کیا قرآن میں ہے، حدیث پاک میں ہے کہ کسی کی بیٹی کا رشتہ اس انداز میں مانگے، جبکہ آپ کا دعویٰ ہے کہ ہم نے کامل اطاعت کی ہے اور آپ نے نبی کریم صلی اللہ علیہ وآلہ وسلم کی ذات مقدسہ سے رشتہ مانگنے کا یہ طریقہ دکھانا ہے۔ چلیں، اب اس احمد بیگ نے سلطان بیگ کے ساتھ رشتہ کر دیا، باپ نے کون سا جرم کیا جناب؟ آج بھی کئی باپ اپنی بیٹی کا رشتہ جہاں وہ دیکھیں گے بیٹی کی رضامندی سے وہاں رشتہ کر دیں گے، یہ اس کو آپ جرم قرار دیں گے؟ میں کوئی نفرت کی بات کر رہا ہوں، میں فیکٹس پر بات کر رہا ہوں۔ اب اس خاتون کا رشتہ ہو جاتا ہے، کیا کسی کو یہ حق پہنچتا ہے؟ ابھی آپ کہہ رہے ہیں کہ جی بعد میں جواب، نہ میرے بھائی، ایسے آپ فیکٹس جو ہے نا عدنان صاحب اس کو نہ کریں۔ بعد میں کہا جائے کہ اشتہارات پڑھیں اپنے آپ کے، اشتہارات جو ہیں کیا وہ جواب کے لیے دیے جاتے ہیں اشتہارات؟ اور اسی وقت جو پرنٹ کروا کے دیے گئے آپ کے کہ یہ تقدیر مبرم ہے، لوٹ کر آئے گی میرے پاس، بیوہ ہو کر آئے گی۔ میرا سوال آپ کے لوگوں کے پاس جواب نہیں ہے اور نہ آپ دے سکتے ہیں۔ ایک خاتون کا نکاح ہو جائے پھر کہا جائے کہ وہ بیوہ ہو کر میرے نکاح میں آئے گی۔ چاہیے تو یہ تھا، آپ اگر کوئی سویلائزڈ ورلڈ ہوتی کہ ٹھیک ہے جناب آپ نے آگے نکاح کر دیا، اللہ اس کو خوش رکھے اپنے گھر میں، اس کا نام بھی نہ لیتے اس خاتون کا۔ یہ سوالات ہیں۔ اب جب آپ کے پاس جوابات نہیں آتے تو پھر آپ مجھے گالیاں دیتے ہیں، پھر شاہ صاحب مائک میوٹ ہو گیا۔ شاہ صاحب آپ کا مائک میوٹ ہو گیا۔ میرے خیال سے ان کو کال آ گئی۔ اچھا ہاں جی ناصر صاحب کی حال جی؟ وہ خیر ہے، میں کہ شاہ صاحب نے جواب دیتا سی 2-4 دن پہلے تے میرے خیال چ انہوں نے تسلی نہیں ہوئی تو اجے تک اسے ٹاپک تے لگے نے، لیاؤ انہوں نے دینا میں جواب۔ مطلب کہ تساں کی جواب دینا ہے؟ میں دیتا سی نا جواب، انہوں نے تسلی کرائی سی اسٹریٹ فارورڈ چیزاں نے اللہ دے بندے ہو۔ ہن میں ایک نا تحریر لفظا پہ لب گئی تے پھر اس تو بعد پتہ ہے نا جڑے لوگ تانوں یہ تے دسو نا کہ رسول اللہ صلی اللہ علیہ وسلم تے لوگ جڑا الزام لاندے نے
ਕਿ ਜ਼ੈਦ ਬਿਨ ਹਾਰਿਸ ਜਿਹੜੀ ਹਜ਼ਰਤ ਜ਼ੈਨਬ ਦਾ ਜਿਹੜਾ ਨਿਕਾਹ ਕਰਾਇਆ ਉਹਨਾਂ ਨੇ ਤਲਾਕ ਕਰਾ ਕੇ ਤੇ ਉਹਦੇ ਨਾਲ ਨਿਕਾਹ ਕੀਤਾ ਸੀ, ਜਿਹੜਾ ਉਹਨਾਂ ਨੂੰ ਵੇਖ ਲਿਆ ਸੀ ਕਿ ਨੰਗੀਆਂ ਉਹਨਾਂ ਦੀਆਂ ਪਿੰਡਲੀਆਂ ਵੇਖ ਲਈਆਂ ਸਨ ਤੇ ਮੁੜ ਕੇ ਤਲਾਕ ਕਰਾ ਕੇ ਨਿਕਾਹ ਕਰਾਇਆ ਸੀ। ਇਹੀ ਲੋਕ ਕਹਿੰਦੇ ਨੇ ਨਾ ਜਿਹੜੇ ਮੁਨਕਰ ਨੇ, ਇਹੋ ਗੱਲ ਕਹਿੰਦੇ ਨੇ ਹਾਂ, ਯਾਨੀ ਕਿ ਤੁਸੀਂ ਵੀ ਤਾਂ ਕਹਿ ਹੀ ਰਹੇ ਹੋ ਨਾ। ਹਾਂ ਤੇ ਮੈਂ ਵੀ ਤੁਸੀਂ ਵੀ ਤਾਂ ਕਹਿ ਰਹੇ ਹੋ ਨਾ। ਹਾਂ, ਮੁਨਕਰ ਹੀ ਕਹਿ ਰਹੇ ਨਾ। ਤੁਹਾਨੂੰ ਪਤਾ ਹੈ ਕਿ ਰਸੂਲ ਅੱਲਾਹ ਨੇ ਹਜ਼ਰਤ ਜ਼ੈਨਬ ਦਾ ਜਿਹੜਾ ਤਲਾਕ ਕਰਵਾ ਕੇ ਵਿਆਹ ਕੀਤਾ ਸੀ। ਨਾਸਰ ਸਾਹਿਬ ਇਹਦਾ ਕੀ ਸਬੂਤ ਦਿੰਦੇ ਨੇ ਮੁਨਕਰ ਜਿਹੜੇ ਮੁਖਾਲਫ ਨੇ? ਕੀ ਸਬੂਤ ਦਿੰਦੇ? ਨਬੀ ਪਾਕ ਦੀ ਕੋਈ ਤਹਿਰੀਰ ਪੇਸ਼ ਕਰਦੇ ਨੇ? ਉਹ ਦਿੰਦੇ ਨੇ ਨਾ ਸਬੂਤ, ਜਿਹੜੇ ਉਹ ਦਿੰਦੇ ਆ ਨਾ ਤੁਹਾਨੂੰ ਸਬੂਤ ਕਿ ਉਹਨਾਂ ਨੇ ਨੰਗੀਆਂ ਵੇਖ ਲਿਆ ਸੀ ਹਜ਼ਰਤ ਜ਼ੈਨਬ ਨੂੰ, ਥੱਲੇ ਪਿੰਡਲੀਆਂ ਉਹਨਾਂ ਦੀਆਂ, ਤੇ ਉਸ ਤੋਂ ਬਾਅਦ ਉਹਨਾਂ ਦਾ ਦਿਲ ਆ ਗਿਆ ਤਾਂ ਉਹਨਾਂ ਨੇ ਤਲਾਕ ਕਰਾ ਕੇ ਤੇ ਮੁੜ ਕੇ ਨਿਕਾਹ ਕੀਤਾ ਜੀ। ਦੱਸੋ ਨਾ ਕਿੱਥੇ? ਇਹੀ ਸਬੂਤ ਹੈ ਨਾ, ਇਹੀ ਕਹਿੰਦੇ ਨੇ ਨਾ ਮੁਨਕਰ। ਕਿਹੜਾ ਮੁਨਕਰ ਜਿਹੜਾ ਕਹਿੰਦਾ ਉਹ ਕਿਹੜੀ ਹਦੀਸ ਪੇਸ਼ ਕਰਦਾ ਨਬੀ ਪਾਕ ਦੀ? ਕਿਹੜੀ ਹਦੀਸ ਪੇਸ਼ ਕਰਨ ਦੀ ਲੋੜ ਹੈ? ਹਦੀਸ ਪੇਸ਼ ਤੁਹਾਨੂੰ ਪਤਾ ਨਹੀਂ ਇਸ ਗੱਲ ਦਾ ਕਿ ਕੀ ਕਹਿੰਦੇ ਨੇ ਉਹ? ਤਹਿਰੀਰ, ਮੇਰੀ ਗੱਲ ਸੁਣੋ, ਸ਼ਾਹ ਸਾਹਿਬ ਨੇ ਤੇ ਮਿਰਜ਼ਾ ਸਾਹਿਬ ਦੀ ਤਹਿਰੀਰ ਨਹੀਂ ਪੇਸ਼ ਕੀਤੀ? ਕਿਹੜੀ ਤਹਿਰੀਰ ਪੇਸ਼ ਕੀਤੀ? ਉਸੇ ਸ਼ਾਹ ਸਾਹਿਬ ਨਾਲ ਤੇ 2 ਘੰਟੇ ਉਸ ਦਿਨ ਗੱਲ ਹੋਈ ਹੈ 49 ਤੇ 2 ਘੰਟੇ ਗੱਲ ਚੱਲੀ ਹੈ ਉੱਥੇ। ਮੇਰੀ ਗੱਲ ਸੁਣੋ ਨਾ, ਮੈਂ ਸੁਣਾਣਾ ਨਾ। ਉਹ ਤਹਿਰੀਰ ਨਾ ਕੀ? ਪਾਓ, ਰੌਲਾ ਨਾ ਪਾਓ। ਰੋਲਾ ਕਾਹਦੇ ਲਈ ਪਾਉਣਾ ਕਿ ਤੁਸੀਂ ਹੀ ਬੋਲਣਾ ਹੋਰ ਕਿਸੇ ਨਹੀਂ ਬੋਲਣਾ? ਜਦੋਂ ਪਰ ਐਂ ਦੱਸਾਂ ਹੀ ਬੋਲਾਂਗੇ ਨਾ। ਸੁਣੋ ਮੈਂ ਦੱਸਣਾ ਨਾ, ਮੈਂ ਜਵਾਬ ਦੇਣਾ ਨਾ ਉਸ ਤਹਿਰੀਰ ਦਾ। ਸੁਣੋ ਕਿ ਸਾਡੀਆਂ ਤਹਿਰੀਰਾਂ ਵਿੱਚੋਂ ਹੀ ਸਾਡੀ ਤਹਿਰੀਰ ਪੜ੍ਹ ਕੇ ਤੁਸੀਂ ਲਾਂਦੇ ਹੋ। ਮੇਰਾ ਸ਼ਾਹ ਸਾਹਿਬ ਕਹਿੰਦੇ ਨੇ ਰਿਸ਼ਤਾ ਹੋ ਗਿਆ ਹੈ तो बाद में क्या बात? ਇਹ ਗੱਲ ਪਹਿਲੇ ਤੂੰ ਚੱਲ ਰਹੀ ਸੀ, ਇਹ ਗੱਲ ਜਦੋਂ ਪਹਿਲੇ ਰਿਸ਼ਤਾ ਮੰਗਿਆ, ਕਿਸੇ ਦਾ ਰਿਸ਼ਤਾ ਮੰਗਣਾ ਕੋਈ ਗੁਨਾਹ ਹੈ? 13 ਸਾਲ ਦੀ ਬੱਚੀ ਤੇ ਉੱਥੇ 6 ਸਾਲ ਦੀਆਂ ਬੱਚੀਆਂ ਨਾਲ ਨਿਕਾਹ ਜਿਹੜੇ ਕੀਤੇ ਨੇ ਉਹ ਠੀਕ ਨੇ? ਉਹ ਠੀਕ ਨੇ ਤੇ 3 ਸਾਲ ਵਾਲੀ ਨਹੀਂ, ਉਹ ਸਾਲ ਹੋ ਨਾ 13 ਸਾਲ ਦੀ ਬੱਚੀ ਨਾਲ ਤੇ ਰਿਸ਼ਤਾ ਮੰਗਿਆ, ਰਿਸ਼ਤਾ 13 ਸਾਲ की बच्ची का ਤੇ ਜਿੱਥੇ 6 ਸਾਲ ਦੀਆਂ ਬੱਚੀਆਂ ਨਾਲ ਨਿਕਾਹ ਕਰਦੇ ਰਹੇ ਹੋ ਠੀਕ ਸਰ? ਯਾਰ ਰਿਸ਼ਤਾ ਤੇ ਤੁਸੀਂ 2.5 ਸਾਲ ਦੀ ਬੱਚੀ ਕਰ ਛੜਿਆ, ਉਹਦੀ ਇਤਰਾਜ਼ ਹੈ। ਇਤਰਾਜ਼ ਹੈ ਵੇ ਤੇ ਫਿਰ ਕੀ ਮੁਸ਼ਕਲ ਹੈ? ਸੁਣ ਲਿਆ ਕਰੋ ਪਹਿਲਾਂ, ਇਤਰਾਜ਼ ਸੁਣ ਲਿਆ ਕਰੋ ਹੌਸਲੇ ਨਾਲ। ਇਤਰਾਜ਼ ਹੈ ਵੇ ਸ਼ਾਹ ਸਾਹਿਬ, ਸੁਣਿਆ ਤੇ ਇਤਰਾਜ਼, ਸੁਣਿਆ ਤੇ ਮੈਂ ਇਤਰਾਜ਼ ਕਰੋ ਨਾ, ਹੌਸਲਾ ਉਹ ਨਹੀਂ ਹੌਸਲਾ ਥੋੜਾ ਤਾਂ ਸਹੀ, ਮੈਂ ਦੇਣਾ ਨਾ ਉਹਦਾ ਜਵਾਬ। शाह साहब कहते हैं शादी जब हो गई है, शादी जब हो गई है तो उसके बाद उसके ऊपर इतराज क्या था? भाई शादी जो होगी थी तो ये मामला पहले से चल रहा था, उससे पहले रिश्ता मिर्जा साहब ने मांगा था। ਮਾਮਲਾ ਤੇ ਚੱਲ ਰਿਹਾ ਸੀ, ਉਹਦਾ ਨਿਕਾਹ ਕਰ ਛੜਿਆ ਉਹਨਾਂ ਨੇ ਉੱਥੇ ਪੱਟੀ ਵਿੱਚ। ਹਾਂ ਉਹਦੇ ਬਾਅਦ ਮਿਰਜ਼ਾ ਸਾਹਿਬ ਕੀ ਕੱਢਦੇ ਸਨ ਗੱਲ ਚੋਂ? ਭਾਈ ਠੀਕ ਹੈ, ਚਲ ਉਹ ਪਹਿਲੇ ਤੋਂ ਮਾਮਲਾ ਚੱਲ ਰਿਹਾ ਸੀ ਨਾ, ਉਹਨਾਂ ਦਾ ਘਰ ਦਾ ਮਾਮਲਾ ਸੀ, ਰਿਸ਼ਤੇ ਦਾ ਮਾਮਲਾ ਸੀ, ਉਹ ਚੱਲ ਰਿਹਾ ਸੀ ਪਹਿਲੇ ਤੋਂ। ਉਹ ਘਰ ਦੀ ਕੁੜੀ ਦੇ ਵਿਆਹ ਕੱਤੀ ਜਾ ਕੇ ਲਾਹੌਰ। ਉਹ ਮੈਨੂੰ ਪਤਾ ਹੈ ਜਦੋਂ ਇੱਕ ਦਫਾ ਰਿਸ਼ਤਾ ਪਹਿਲੇ ਕੋਈ ਕਿਸੇ ਦਾ ਸ਼ਾਦੀ, ਉਹ ਮਿਰਜ਼ਾ ਸਾਹਿਬ ਨੇ ਤਲਾਕ ਕਰਾ ਕੇ ਤੇ ਸ਼ਾਦੀ ਤੇ ਨਹੀਂ ਨਾ ਕੀਤੀ, ਉਹਦਾ ਪਹਿਲੇ ਰਿਸ਼ਤਾ ਮੰਗਿਆ ਸੀ ਜਦੋਂ ਕਿਸੇ ਨੇ ਨਹੀਂ ਮੰਗਿਆ ਸੀ। ਹੋਰ ਕਿਹੜੀ ਗੱਲ ਦਾ ਚਾਰਾ ਕਰਦੇ ਰਹੇ ਨੇ? ਮੈਂ ਤੁਹਾਨੂੰ ਇਹ ਗੱਲ ਦੱਸੀ ਕਿ ਜਦੋਂ ਮਿਰਜ਼ਾ ਸਾਹਿਬ ਨੇ ਰਿਸ਼ਤਾ ਮੰਗਿਆ ਸੀ ਤੇ ਪਹਿਲੇ ਰਿਸ਼ਤਾ ਕਿਧਰੇ ਹੋਇਆ ਦਾ ਤਾਂ ਨਹੀਂ ਸੀ ਨਾ। ਉਦੋਂ ਤੇ ਮੰਗਣਾ ਜਾਇਜ਼ ਸੀ, ਅਸੀਂ ਗੱਲ ਬਾਅਦ ਹੀ ਕਰਨੇ ਵਿੱਚ, ਸ਼ਾਹ ਸਾਹਿਬ ਤੇ ਬਾਅਦ ਹੀ ਗੱਲ ਕੀਤੀ ਹੈ। ਵੀ ਜਦੋਂ ਉਹਦਾ ਨਿਕਾਹ ਹੋ ਗਿਆ ਪੱਟੀ ਵਿੱਚ ਲਾਹੌਰ 'ਚ ਤੇ ਬਾਅਦ 'ਚ ਕਿਉਂ ਜ਼ੁਲਮ ਕਰਦੇ ਰਹੇ ਮਿਰਜ਼ਾ ਸਾਹਿਬ? अमर भाई वो तहरीर कितने हुए कि मेरा इनका आसमानों में पढ़ा दिया गया है, मैं वो तहरीर पे लग ਉਹ ਲੱਗਦਾ ਐਂਬੂਲੈਂਸ ਕਾਲ ਆ ਗਈ ਹੈ। ਆਮਰ ਭਾਈ ਦੂਜੀ ਗੱਲ ਹੈ, ਕੁਰਾਨ ਮਜੀਦ ਨੇ ਨਬੀ ਕਰੀਮ ਸੱਲਮ ਦੀ ਉਸ ਚੀਜ਼ ਦੀ ਗਵਾਹੀ ਵੀ ਦਿੱਤੀ ਹੈ, ਉਹਨਾਂ ਨੂੰ ਸਾਫ਼ ਤੁਸੀਂ ਖਾਮੋਸ਼ ਰਹੋ। ਅਸੀਂ ਤਾਂ ਮਿਰਜ਼ਾ ਸਾਹਿਬ ਦੀ ਤਹਿਰੀਰ ਪੇਸ਼ ਕਰਨੇ ਨਾ, ਸ਼ਾਹ ਸਾਹਿਬ ਨੇ ਮਿਰਜ਼ਾ ਸਾਹਿਬ ਦੀ ਤਹਿਰੀਰ ਪੇਸ਼ ਕੀਤੀ ਹੈ ਨਾ। ਆਮਰ ਨਜ਼ੀਰ ਸਾਹਿਬ 10 ਮਿੰਟ ਰਹਿ, ਮੈਂ ਕੰਮ ਵਿੱਚ ਥੋੜਾ 2-1 ਮਿੰਟ 10 ਮਿੰਟ 5 ਮਿੰਟ ਬਿਜ਼ੀ ਆ, ਫਿਰ ਆਨਾ ਜਵਾਬ ਤੁਹਾਨੂੰ ਦੇਣਾ ਮੈਂ ਅੱਜ ਦੇਗਾ। ਫੋਨ ਆਇਆ ਤੇ ਫੋਨ ਤੁਹਾਡਾ ਕੰਮ ਹੀ ਹੈ ਇੱਥੇ ਨਾ, ਤੁਹਾਡਾ ਕੰਮ ਹੀ ਹੈ ਇੱਥੇ ਬਰਾੜਨਾ ਲਾ ਕੇ ਤੇ ਜਿਹੜੇ ਬੜੇ ਲੋਕ ਨੇ ਉਹਨਾਂ ਤੇ ਭੌਂਕਣਾ ਤੇ ਦੁਨੀਆ ਨੂੰ ਉਸ ਤੇ ਭੌਂਕਾਣਾ। ਤੁਸੀਂ ਇਹ ਇਸਲਾਮ ਦੀ ਖਿਦਮਤ ਕਰ ਰਹੇ ਹੋ, ਤੁਸੀਂ ਆਪੂ ਭੌਂਕੋ ਤੇ ਨਾਲ ਦੁਨੀਆ ਬੰਦਿਆਂ ਨੂੰ ਬੇਇੱਜ਼ਤ ਕਰਾਓ ਤੇ ਨਾਲ ਬੇਇੱਜ਼ਤ ਹੋ। ਤੁਸੀਂ ਹੈ ਹੀ ਬੇਇੱਜ਼ਤ ਹੋ ਤੇ ਤੁਸੀਂ ਬੇਇੱਜ਼ਤ ਹੀ ਕਰਵਾਉਣਾ ਹੋਏ। ਮੈਂ ਆਨਾ 10 ਮਿੰਟ ਬਾਅਦ 10 ਮਿੰਟ ਬਾਅਦ ਫੋਨ ਤੇ ਆਖਿਆ ਸੀ ਵੀ ਗਾਲਾਂ ਕੱਢ ਕੇ ਦੌੜ ਜਾਓ। ਨੇ ਕਿਹਾ ਫੋਨ ਤੇ ਜਿਹੜਾ ਕਹਿੰਦਾ ਫੋਨ ਕੀਤਾ, ਜਿਹੜਾ ਕਹਿੰਦਾ ਜਿਹੜਾ ਝੂਠ ਮਾਰੇ ਉਹਦੀ ਭੈਣ ਦਾ ਵੱਜੀ ਏ। ਉਹ ਸਭ ਦੇ ਸਾਹਮਣੇ ਬੈਲ ਮੈਂ ਕਿਸੇ ਦੇ ਫੋਨ, ਮੇਰਾ ਫੋਨ ਮੈਂ ਕੰਮ ਤੇ, ਮੈਂ ਤੈਨੂੰ ਦੱਸਿਆ ਮੈਂ ਕੰਮ ਤੇ ਬੈਠਾ ਦਾ, ਮੈਂ ਕੰਮ ਕਰਨਾ ਨਾ। ਜਿਹੜਾ ਕਰੇ ਕਿ ਮੈਨੂੰ ਕੋ ਫੋਨ, ਬਈ ਅਸੀਂ ਕੰਮ ਕਰਨਾ, ਮੈਂ ਕੰਮ ਤੇ, ਜਦੋਂ ਮੈਨੂੰ ਫੋਨ ਕਰਨ ਵਾਲਾ ਨਹੀਂ ਕੋਈ ਕਿ ਮੈਂ ਕਿਸੇ ਨੇ ਫੋਨ ਤੋਂ ਰੁਕਾਂ। ਤੁਹਾਡਾ ਕੰਮ ਹੀ ਇਹ ਹੈ, ਇੱਥੇ ਤੁਸੀਂ ਇਹੀ ਕੰਮ ਤੇ ਕਰਵਾਉਣਾ। ਭਾਈ ਕਿਹੜੀ ਗੱਲ ਗਲਤ ਕੀਤੀ ਸ਼ਾਹ ਸਾਹਿਬ ਨੇ? ਸੈਦ ਜ਼ਫਰੁੱਲਾ ਸ਼ਾਹ ਨੇ ਕਿਹੜੀ ਗੱਲ ਗਲਤ ਕੀਤੀ? 10 ਮਿੰਟ ਬਾਅਦ। ਓਕੇ ਬਈ ਅੱਲਾ ਦੀ ਕਸਮ, ਜੇ ਤੁਸੀਂ ਗਾਲਾਂ ਕੱਢੀਆਂ ਨਾ ਨਾਸਰ ਸਾਹਿਬ ਤੇ ਮੈਂ ਵੀਡੀਓ ਚਲਾ ਹਰਨੀ ਤੁਹਾਡੇ ਖਲੀਫਾ ਦੀ, ਕਿਉਂਕਿ ਤੁਸੀਂ ਆਪਣੇ ਖਲੀਫਾ ਦੀ ਗੱਲ ਨਹੀਂ ਬੰਦੇ ਆ। ਜਿਸ ਤਰ੍ਹਾਂ ਸੈਯਦ ਜ਼ਫਰੁੱਲਾ ਸ਼ਾਹ ਸਾਹਿਬ ਯਕੀਨ ਮੰਨੋ ਪਿਆਰ ਨਾਲ ਧੋ ਕੇ ਚਪੇੜਾ ਮਾਰਦੇ ਨੇ ਨਾ ਇਹਨਾਂ ਨੂੰ, ਇਸ ਤਰ੍ਹਾਂ ਇਹਨਾਂ ਕੋਲ ਜ਼ਮੀਨ ਫਟਦੀ, ਇਹਨਾਂ ਦੇ ਦਿਲ ਹੁੰਦਾ ਜ਼ਮੀਨ ਫਟੇ ਤੇ ਸਿੰਦਰ ਵੜ ਜਾਈਏ ਯਾਰ। ਸੈਯਦ ਉਹਨਾਂ ਜਿਹੜਾ ਸਟਾਈਲ ਹੁੰਦਾ ਹੈ, ਓਏ ਹੋਏ 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 ਹੋਏ।
ਸ਼ਾਹਰਾਂ ਤੋਂ ਜ਼ਿਆਦਾ ਨਰਮ ਮਜ਼ਾਜ ਬੰਦਾ ਤੇ ਟਿਕਟਾਕ ਦੇ ਉੱਤੇ ਤੁਹਾਨੂੰ ਮਿਲਣਾ ਹੀ ਨਹੀਂ ਹੈ। ਭਾਈ ਮਜ਼ੇ ਦੀ ਗੱਲ ਹੈ, ਉਹਨਾਂ ਨੂੰ ਗਾਲਾਂ ਵੀ ਨਹੀਂ ਨਾ ਕੱਢ ਪਾਉਂਦੇ ਕਿਉਂਕਿ ਇਹਨਾਂ ਕੋਲ ਬਹਾਨਾ ਨਹੀਂ ਨਾ ਲੱਭਦਾ ਕਿ ਇਹਨਾਂ ਦੇ ਦਿਲ ਹੁੰਦੀ ਹੈ ਕਿ ਸ਼ਾਹ ਸਾਹਿਬ ਕੋਈ ਗਲਤ ਗੱਲ ਕਰਨ ਅਸੀਂ ਗਾਲਾਂ ਕੱਢੀਏ, ਲੇਕਿਨ ਇਹ ਗਾਲ ਹੀ ਨਹੀਂ ਕਿਉਂਕਿ ਉਹਨਾਂ ਦੇ ਪੱਪੂ ਇੱਕ ਮਿੰਟ ਮਾਜ਼ਰਤ ਦੇ ਨਾਲ ਮੈਂ ਨਾ ਆਮਰ ਭਾਈ ਦੇ ਨਾਲ ਥੋੜੀ ਜਿਹੀ ਗੱਲ ਕਰਨੀ। ਆਮਰ ਭਾਈ ਇਹ ਤਹਿਰੀਰ ਮੌਜੂਦ ਹੈ ਨਾ ਕਿ ਮੇਰਾ ਨਿਕਾਹ ਆਸਮਾਨों में पढ़ा दिया गया है, मैं ਲੱਭ ਰਿਹਾ ਮੈਨੂੰ ਲੱਭਦੀ ਨਹੀਂ ਪਈ। ਮਾਨਾ ਦੇ ਪੜਿਆ ਗਿਆ, ਹਾਂਜੀ ਮੌਜੂਦ ਹੈ। ਮੌਜੂਦ ਹੈ ਆਮਰ ਭਾਈ। ਫਿਰ ਜਾਂ ਤਾਂ ਮਿਰਜ਼ਾ ਸਾਹਿਬ ਝੂਠੇ ਨੇ ਜਾਂ ਉਹਨਾਂ ਦਾ ਖੁਦਾ ਝੂਠਾ ਹੈ, ਦੋ ਚੀਜ਼ਾਂ ਨੇ। ਫਿਰ ਮਿਰਜ਼ਾ ਸਾਹਿਬ ਦੀ ਕਿਵੇਂ ਗੈਰਤ ਗੁਆਰਾ ਕੀਤੀ ਕਿ ਆਸਮਾਨਾਂ ਤੇ ਨਿਕਾਹ ਪੜਾਇਆ ਗਿਆ ਔਰ ਉਹਨਾਂ ਦੀ ਜ਼ੋਜੀਅਤ 'ਚ ਆ ਗਈ ਮਮਦੀ ਬੇਗਮ ਤੇ ਉਹ ਨਿਕਾਹ ਕਰਕੇ ਕਿਸੇ ਹੋਰ ਦੇ ਘਰ ਟੁਰ ਗਈ। ਭਾਈ ਜਵਾਬ ਇਹ ਦਿੱਤਾ ਜਾਂਦਾ ਹੈ ਕਿ ਉਹਨਾਂ ਦਾ ਮਮਦੀ ਬੇਗਮ ਦਾ ਮੁੰਡਾ ਮਰਜ਼ਾਈ ਹੋ ਗਿਆ, ਉਹਦੀ ਮਾਂ ਮਿਰਜ਼ਾਨ ਹੋ ਗਈ, ਉਹਦੀ ਭੈਣ ਹੋ ਗਈ। ਭਾਈ ਗੱਲ ਇਹ ਹੈ ਮਿਰਜ਼ਾ ਸਾਹਿਬ ਨੇ ਪੇਸ਼ਗੋਈ ਕੀਤੀ ਸੀ, ਮਿਰਜ਼ਾ ਸਾਹਿਬ ਦੇ ਹੱਥ ਤੇ ਕਿੰਨੇ ਮਿਰਜ਼ਾਈਅਤ ਕਬੂਲ ਕੀਤੀ ਹੈ? ਇੱਕ ਦਾ ਨਾਂ ਲਓ, ਇੱਕ ਬੰਦੇ ਦਾ ਨਾਂ ਲੈ ਛੜੋ ਜਿਹਨੇ ਆ ਕੇ ਮਿਰਜ਼ਾ ਸਾਹਿਬ ਦੇ ਹੱਥ ਤੇ ਹੱਥ ਰੱਖ ਕੇ ਆਖਿਆ ਹੋਵੇ ਮਿਰਜ਼ਾ ਸਾਹਿਬ ਤੁਹਾਡੀ ਪੇਸ਼ਗੋਈ ਸੱਚੀ ਨਿਕਲ ਪਈ ਹੈ ਤੇ ਮੈਂ ਤੁਹਾਨੂੰ ਮੰਨ ਗਿਆ ਵਾਂ, ਬਾਕੀ ਟੱਬਰ ਹੌਲੀ ਹੌਲੀ ਮੰਨ ਜਾਏਗਾ, ਤੁਹਾਡੇ ਮਰਨ ਤੋਂ ਬਾਅਦ ਬੈਠ ਕਰ ਲੇਗਾ। ਇੱਕ ਬੰਦਾ ਪੇਸ਼ ਕਰੋ। ਕੋਈ ਬੰਦਾ ਨਹੀਂ ਜਿਹਨੇ ਮਿਰਜ਼ਾ ਸਾਹਿਬ ਦੀ ਗੱਲ ਨੂੰ ਕਬੂਲ ਕੀਤਾ। ਮਿਰਜ਼ਾ ਸਾਹਿਬ ਦੇ ਫੌਤ ਹੋਣ ਤੋਂ ਬਾਅਦ ਟਾਕ ਮਾਸਟਰ ਸਾਹਿਬ ਮਿਰਜ਼ਾ ਸਾਹਿਬ ਦੇ ਫੌਤ ਹੋਣ ਤੋਂ ਬਾਅਦ ਬਸ਼ੀਰੁੱਦੀਨ ਮਹਿਮੂਦ ਅਹਿਮਦ ਨੇ ਉਹਨਾਂ ਬੰਦਿਆਂ ਨੂੰ, ਕਿਉਂਕਿ ਉਹ ਫੁੱਫੀ ਦੇ ਪੁੱਤਰ ਲੱਗਦੇ ਸਨ, ਤੇ ਉਹਨਾਂ ਨੂੰ ਸਮਝਾਇਆ ਭਾਈ ਤੁਸੀਂ ਇੰਜ ਕਰੋ, ਇਹ ਰੂਹਾਨੀ ਸਿਲਸਿਲਾ ਤੇ ਤੁਹਾਡੇ ਮਾਮੇ ਦਾ ਹੀ ਕਾਇਮ ਕਰਦਾ ਰੂਹਾਨੀ ਸਿਲਸਿਲਾ, ਤੁਸੀਂ ਬੈਤ ਨਾ ਕੀਤੀ ਤੇ ਕੌਣ ਬੈਤ ਕਰੇਗਾ? ਉਹਨਾਂ ਨੂੰ ਗੁੰਮਰਾਹ ਕਰ ਲਿਆ। ਇੱਕ ਦੋ ਬੰਦਿਆਂ ਨੂੰ, 5 ਮੁੰਡੇ ਸਨ ਉਹਦੇ, ਇੱਕ ਮੁੰਡਾ ਸੀ ਸਾਕ ਬੇਗ। ਇਹ ਕੇਸ 4 ਤਾਰਿਕ ਚੌਹਾਨ ਸਾਹਿਬ ਦਾ ਅਮਰ ਨਜ਼ੀਰ ਭਾਈ ਨਹੀਂ ਉਹ ਠੀਕ ਹੈ, ਗੱਲ ਇਹ ਪੇ ਕਰਨੇ ਆ। ਇਹ ਅੱਗੋਂ ਗਾਲਾਂ ਕੱਢਣ ਸ਼ੁਰੂ ਹੋ ਜਾਂਦੇ ਨੇ ਨਬੀਆਂ ਨੂੰ। ਪਹਿਲਾਂ ਦਾਊਦ ਅਲੈਹਿਸਲਾਮ ਨੂੰ ਗਾਲ ਕੱਢੀ ਤੇ ਰੀਅਲ ਸਾਹਿਬ ਨੇ, ਫਿਰ ਜਨਾਬ ਯੂਨਸ ਅਲੈਹਿਸਲਾਮ ਤੇ ਗਏ ਨੇ। ਇਹ ਹੁਣ ਪਿੱਛੋਂ ਆਇਆ ਤੀਜਾ, ਇਹ ਨਬੀ ਪਾਕ ਦੀ ਜ਼ਾਤ ਤੇ ਪੈ ਗਿਆ। ਉਸ ਬੰਦੇ ਇੱਕ ਨੂੰ ਇਹਦਾ ਜਵਾਬ ਜਿਹੜਾ ਨਾ ਉਹ ਤਾਰਿਕ ਭਾਈ ਕੋਲੋਂ ਇਹ ਪੁੱਛੋ ਕਿ ਇੱਕ ਹੀ ਮਾਮਲਾ ਜਿਹੜੇ ਸੈਯਦ ਸਾਹਿਬ ਦੇ ਸਵਾਲ ਸਨ ਉਹਨਾਂ ਦੇ ਬਾਰੇ ਬੰਦੇ ਨੂੰ ਕਿਉਂ ਨਹੀਂ ਜਵਾਬ ਦਿੰਦੇ? ਨਹੀਂ ਤੁਸੀਂ ਇੰਨੀ ਤੇ ਗੱਲ ਕਰ ਛੜੋ ਨਾ ਸੱਚੀ ਯਾਰਾ, ਇੱਕ ਬੰਦੇ ਦੇ ਦਿਫਾ ਵਾਸਤੇ ਤੁਸੀਂ ਸੱਚਿਆਂ ਨਬੀਆਂ ਨੂੰ ਬਖਸ਼ਦੇ ਹੀ ਨਹੀਂ ਪਿਆ, ਕਦੇ ਇੱਕ ਦੇ ਕਦੇ ਦੂਜੇ ਦੇ ਕਦੇ ਤੀਜੇ ਦੇ ਗੱਲ ਕਰਦੇ ਪਏ। अस्सलाम वालेकुम वरहमतुल्लाहि वबरकातुहू। आमिर भाई ने बाद च भी गालां कढ़नियां ने, ਇਹਨੇ ਹੋਰ ਕੁਝ ਵੀ ਨਹੀਂ ਕਰਨਾ। ਅਸਾਂ ਭਾਈਆਂ ਨੇ ਇਹ ਹੀ ਤੇ ਦੱਸਣਾ ਹੈ ਕਿ ਇਹ ਲੋਕ ਆਪਣੇ ਖਲੀਫਾਂ ਦੀ ਗੱਲ ਨਹੀਂ ਮੰਨਦੇ। ਬੈਤ ਤੇ ਕੀਤੀ ਸਾਡਾ ਕੰਮ ਹੈ ਲੋਕਾਂ ਨੂੰ ਹਾਣਾ ਇਹਨਾਂ ਦੇ ਅਹਿਮਦੀਆਂ ਨੂੰ ਕਿ ਤੁਸੀਂ ਇੱਕ ਮਿੰਟ ਰਾਏ ਸਾਹਿਬ ਅਹਿਮਦੀਆਂ ਨੂੰ ਦੱਸਣਾ ਹੈ ਕਿ ਤੁਸੀਂ ਬੈਤ ਤੇ ਹੋਏ ਹੋ ਲੇਕਿਨ ਤੁਸੀਂ ਆਪਣੇ ਖਲੀਫਾ ਦੀ ਗੱਲ ਨਹੀਂ ਪੂਰੀ ਮੰਨਦੇ ਆ। ਜਾਂ ਤੇ ਇਸ ਬੰਦੇ ਕੋਈ ਇਲਮ ਹੋਵੇ ਨਾ, ਇਹਨੇ ਤੇ ਉਹੀ ਵੇਖ ਨਾ ਆਂਦਿਆਂ ਸਾਰ ਜਿਹੜੀ ਉਹਨੇ ਗੱਲ ਕੀਤੀ ਹੈ ਨਾ, ਉਹਦੇ ਕੋਲ ਕੋਈ ਸਬੂਤ ਹੈ ਨਾ, ਗੱਲ ਨਾ ਬਾਤ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਤੇ ਬਸ ਭੌਂਕੜਾ ਸੀ, ਉਹਨੇ ਭੌਂਕ ਲਿਆ। ਰੱਬ ਦਾ ਡਰ ਨਹੀਂ ਨਾ ਹੈ, ਕਬਰ ਯਾਦ ਨਹੀਂ ਹੈ। ਬੰਦੇ ਵੀ ਉਸ ਨਾਲ ਗੁਫ਼ਤਗੂ ਦਾ ਮਜ਼ਾ ਆਉਂਦਾ ਨਾ ਜਿਸ ਬੰਦੇ ਕੋਲ ਦਲੀਲ ਹੋਵੇ, ਕੋਈ ਚਲੋ ਮਾੜੀ ਚੰਗੀ ਹੋਵੇ ਭਾਵੇਂ। ਹੁਣ ਸ਼ਾਹ ਸਾਹਿਬ ਬੈਠੇ ਸਨ ਮਾਸ਼ਾਅੱਲਾ, ਉਹਨਾਂ ਨੇ ਇਹਨਾਂ ਦੀਆਂ ਕਿਤਾਬਾਂ ਤੋਂ ਦਲੀਲਾਂ ਦਿੱਤੀਆਂ ਨੇ। ਇਹ ਆ ਕੇ ਇੱਕ ਇਲਜ਼ਾਮੀ ਤੌਰ ਤੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਦੇ ਉੱਤੇ ਭੌਂਕਣਾ ਸ਼ੁਰੂ ਕਰ ਦਿੱਤਾ। ਇਹ ਬਾਅਦ ਚ ਵੀ ਇੱਕ ਗਾਲ ਕੱਢ ਚੁੱਕਿਆ ਤੁਹਾਨੂੰ, ਇਹ ਬਾਅਦ ਚ ਵੀ ਕੱਢੇਗਾ। ਹੋਰ ਇਹਦੇ ਕੋਲ ਕੀ ਹੈ? ਔਰ ਐਂਡ ਦਾ ਉਹੀ ਹੁਣ ਕੋਈ ਗੱਲ ਨਹੀਂ, ਸਾਡੀ ਗੱਲ ਦੀ ਖੈਰ ਹੈ। ਜਿਹੜਾ ਨਬੀ ਪਾਕ ਦੀ ਜ਼ਾਤ ਦੇ ਉੱਤੇ ਗੱਲ ਕਰ ਰਿਹਾ ਸੀ ਉਹ ਇੰਤਹਾਈ ਨਾ ਮੁਨਾਸਬ ਔਰ ਗਲਤ ਔਰ ਝੂਠ ਹੈ। ਗੱਲ ਐਨੀ ਹੈ, ਅਫਸੋਸ ਇਹ ਵੇ ਇਹ ਤਾਰਕ ਜਿਹੜੇ ਪੇ ਇੱਥੇ ਬਣਦੇ ਸਨ ਨਾ, ਪੇ ਇੱਥੇ ਪਾਰਸਾ ਬਣਦੇ ਸਨ ਪੇ ਉਮਰ ਮੈਂ ਨਹੀਂ ਸੁਣਿਆ ਅਮਰ ਭਾਈ ਉਹਨਾਂ ਹਜ਼ਰਤ ਦਾਊਦ ਦੇ ਬਾਰੇ। ਮੈਂ ਉਹ ਚਲਾ ਗਿਆ ਸਾ ਕਿਧਰੇ, ਮੈਨੂੰ ਬੋਲਣ ਦਿਓ ਤੇ ਮੈਂ ਸੁਣਾ ਨਾ। ਜੇ ਬੋਲਣ ਹੀ ਨਾ ਦਿਓਗੇ ਮੈਂ किस तरह सुनाऊंगा। उनकी तारीफ क्या पूछते हो, उम्र सारी गुनाहों में गुजरी, पारसा बन रहे हैं वो ऐसे जैसे गंगा नहाए हुए। गल इत्थों शुरू हुई है कि स्टेरियल साहब आए ने ते कहंदे ने कि भाई राती जिहड़ा फेवरेट 49 सी मैं ਉਹਦੀ तईद करना ਉਹਦੇ ਮੌਕਫ ਦੀ। ਉਹ ਪਿਆ ਕਹਿੰਦਾ ਸੀ
ਕਿ ਸਾਡੇ ਬੰਦੇ ਜਿਹੜੇ ਨੇ ਉਹਨਾਂ ਦੇ ਰਵੱਈਏ ਦੀ ਵਜ੍ਹਾ ਤੋਂ ਅੱਗੋਂ ਸਾਡਿਆਂ ਕਾਬਰਾਂ ਨੂੰ ਗਾਲਾਂ ਪੈਂਦੀਆਂ ਨੇ, ਇਹਨਾਂ ਬਰਾਡਾਂ ਲਾਈਆਂ ਨੇ, ਗਾਲਾਂ ਕੱਢਦੇ ਨੇ ਗੰਦੀਆਂ ਤੇ ਨੰਗੀਆਂ, ਤੇ ਜਵਾਬ 'ਚ ਜੋ ਕੋਈ ਅੱਗੋਂ ਮਿਲਦਾ ਹੈ ਉਹਦੇ ਨਾਲ ਮੈਂ ਆਪਣਾ ਬਿਹਤਰ ਕੰਮ ਕਰ ਰਿਹਾ। ਮੈਂ ਡਾਇਲਾਗ ਕਰਾਨਾ ਵਾ ਅੱਛੇ ਤਰੀਕੇ ਨਾਲ, ਠੀਕ ਹੈ, ਦਲੀਲ ਉਹਦੇ ਕੋਲੇ ਤੇ ਉਹ ਜੁੱਤਿਆ, ਸਾਡੇ ਕੋਲੇ ਤੇ ਮੈਂ ਜੁੱਤਿਆ, ਲੇਕਿਨ ਗਾਲ ਮੇਰੀ ਬਰਾੜ ਤੇ ਨਹੀਂ ਕੋਈ ਕੱਢ ਸਕਦਾ ਮੇਰੇ ਕਾਬਰ ਨੂੰ। ਬੜੀ ਸੋਹਣੀ ਗੱਲ ਕਰਨ ਲੱਗੇ ਸੀ ਤੇ ਇਹ ਪਿਆਂਦੇ ਨੇ ਵੀ ਮੈਂ ਉਹਦੀ ਗੱਲ ਦੀ ਤਈਦ ਕਰਨਾ। ਸਟੇਰੀਅਲ ਸਾਹਿਬ, ਮੈਂ ਕਿਹਾ ਵੀ ਤੁਸੀਂ ਤਈਦ ਉਹਦੀ ਕਰਦੇ ਹੋ ਤੇ ਬੈਠੇ ਤੁਸੀਂ ਇਹਨਾਂ ਨਾਲ ਹੁੰਦੇ ਹੋ ਜਿਹੜਾ ਗਾਲੀਬਾਜ਼ਾਂ ਦਾ ਗਰੋਹ ਹੈ, ਸਾਰਾ ਦਿਨ ਇਹਨਾਂ ਦੇ ਗੋਡੇ ਨਾਲ ਗੋਡਾ ਜੋੜ ਕੇ ਬੈਠੇ ਹੁੰਦੇ ਹੋ। ਫਰਕਾਨ ਆਇਆ ਹੁੰਦਾ ਉਹਦੇ ਨਾਲ ਬੈਠੇ ਹੁੰਦੇ ਹੋ, ਇਹ ਜੱਟ ਛੱਟ ਤੇ ਗਾਲੀਬਾਜ਼ ਜਿੰਨੇ ਹਨ ਨਾਸਰ ਬੱਟ ਵਗੈਰਾ ਇਹਨਾਂ ਨਾਲ ਬੈਠੇ ਹੁੰਦੇ ਹੋ। ਉਹ ਸਵਾਈਆਂ ਦੇਣ ਲੱਗ ਪਏ ਨੇ, ਨਹੀਂ ਉਹ ਕਿਤਾਬਾਂ ਤੋਂ ਹਵਾਲੇ ਪੇਸ਼ ਕਰਦਾ ਹੈ, ਕਿਤਾਬਾਂ ਤੋਂ। ਇਹ ਕਿਤਾਬਾਂ ਦੇ ਜਿਹੜੇ ਹਵਾਲੇ ਪੇਸ਼ ਕਰਦਾ ਹੈ ਨਾ, ਇਹ ਉਹਦਾ ਨਤੀਜਾ ਸਾਹਮਣੇ ਆ ਗਿਆ। ਗੋਡੇ ਨਾਲ ਗੋਡਾ ਲਾ ਕੇ ਬਹਿਣ ਦਾ ਅੱਜ ਨਤੀਜਾ ਸਾਹਮਣੇ ਆ ਗਿਆ ਕਿ ਸ਼ਾਹ ਸਾਹਿਬ ਨੇ ਗੱਲ ਕੀਤੀ ਹੈ ਵੀ ਮੁਹੰਮਦੀ ਬੇਗਮ ਦਾ ਰਿਸ਼ਤਾ ਮੰਗਣਾ ਤੇ ਕੋਈ ਗੁਨਾਹ ਨਹੀਂ ਸੀ, ਪਰ ਰਿਸ਼ਤਾ ਵੀ ਸਿੱਧਾ ਮੰਗਦੇ ਨਾ ਤੇ ਫਿਰ ਤੇ ਕੋਈ ਗੁਨਾਹ ਨਹੀਂ ਸੀ। ਉਹ ਤੇ ਆਇਆ ਸੀ ਜ਼ਮੀਨ ਦੇ ਕਾਗਜ਼ਾਂ ਤੇ ਦਸਤਖਤ ਕਰਾਉਣ। ਅਹਿਮਦ ਬੇਗ ਤੇ ਆਇਆ ਸੀ ਆਪਣੀ ਕੋਈ ਮਜਬੂਰੀ ਤੇ ਮਾਜ਼ੂਰੀ ਲੈ ਕੇ, ਕਮਜ਼ੋਰੀ ਲੈ ਕੇ, ਕਿ ਇਹ ਜ਼ਮੀਨ ਦੇ ਕਾਗਜ਼ਾਂ ਤੇ ਤੁਸੀਂ ਦਸਤਖਤ ਕਰ ਦਿਓ ਤੇ ਮੈਨੂੰ ਜ਼ਮੀਨ ਮਿਲ ਜੇਗੀ। ਤੇ ਮਿਰਜ਼ਾ ਸਾਹਿਬ ਨੇ ਆਖਿਆ ਤੂੰ ਮੈਨੂੰ ਕੁੜੀ ਦਾ ਸਾਗ ਦੇ ਦੇ ਤੇ ਮੈਂ ਦਸਤਖਤ ਕਰ ਦਿਆਂਗਾ। ਇਹ ਤਰੀਕਾ ਵੀ ਗਲਤ ਹੈ, ਇਹ ਤੇ ਬਲੈਕਮੇਲਿੰਗ ਇਹਨੂੰ ਕਹਿੰਦੇ ਨੇ ਸਾਡੀ ਜ਼ੁਬਾਨ 'ਚ। ਅੱਗੋਂ ਫਿਰ ਸ਼ਾਹ ਸਾਹਿਬ ਕਹਿੰਦੇ ਸਨ ਵੀ ਜੇ ਕੁੜੀ ਦਾ ਸਾਗ ਜੋ ਹੋ ਗਿਆ ਕਿਰੇ ਵਿਆਹ ਕੱਤੀ, ਪਿੱਛੋਂ ਉਹਦਾ ਪਿੱਛਾ ਕਰਨਾ ਤੇ ਆਖਣਾ ਵੀ ਇਹਦਾ ਹੁਣ ਜਣਾ ਮਰੇਗਾ ਤੇ ਬੇਵਾ ਹੋ ਕੇ ਮੇਰੇ ਨਿਕਾਹ ਚ ਆਵੇ, ਦੇਖਿਆ ਇਹ ਕਿਸੇ ਲਿਹਾਜ਼ ਨਾਲ ਦਰੁਸਤ ਹੈ? ਐਨੀ ਉਹ ਗੱਲ ਪੇ ਕਰਦੇ ਨੇ। ਤੇ ਤਾਰਿਕ ਸਟੇਰੀਅਲ ਸਾਹਿਬ ਦਾ ਫੁਰਕਾਨ ਨਾਲ ਬਹਿਣ ਦਾ, ਉਹ ਜਿਵੇਂ ਕਹਿੰਦੇ ਨੇ ਖਰਬੂਜ਼ੇ ਨੂੰ ਵੇਖ ਕੇ ਰੰਗ ਫੜਦਾ ਹੈ, ਉਹ ਜਿਹੜਾ ਰੰਗ ਫੜਿਆ ਤਾਰਿਕ ਸਾਹਿਬ ਨੇ ਅੱਜ ਉਹਨਾਂ ਦੱਸ ਛੜਿਆ। ਉਹਨਾਂ ਕਿਹਾ ਨਬੀ ਤੇ ਹੁੰਦੇ ਨੇ ਜਿਹੜੇ ਉਹ ਜਿਹਦੀ ਜ਼ਨਾਨੀ ਸੋਹਣੀ ਲੱਗੇ ਉਹਨੂੰ ਮਾਸ ਤੇ ਘੱਲ ਕੇ ਕਤਲ ਕਰਾ ਕੇ ਤੇ ਜ਼ਨਾਨੀ ਨਾਲ ਨਿਕਾਹ ਕਰ ਲੈਂਦੇ ਨੇ। ਇਹ ਉਹਦਾ ਅਸਰ ਹੋਇਆ ਫੁਰਕਾਨ ਦੀ ਮਜਲਿਸ ਦਾ, ਜਿਸ ਵੇਲੇ ਸ਼ਾਹ ਸਾਹਿਬ ਨੇ ਦੱਸਿਆ ਕਿ ਇਹ ਇਸਰਾਈਲੀ ਰਵਾਇਤ ਹੈ, ਨਾ ਸਾਡੇ ਕੁਰਾਨ 'ਚ ਨਾ ਸਾਡੇ ਕਿਸੇ ਨਬੀ ਪਾਕ ਦੀ ਹਦੀਸ ਵਿੱਚ ਇਹ ਗੱਲ ਮੌਜੂਦ ਹੈ। ਇਹ ਇਸਰਾਈਲੀ ਰਵਾਇਤ ਹੈ, ਅਸੀਂ ਇਹਨੂੰ ਸਹੀ ਨਹੀਂ ਮੰਨਦੇ, ਬਲਕਿ ਸਾਡੇ ਕਈ ਬਜ਼ੁਰਗਾਂ ਨੇ ਲਿਖ ਕੇ ਦੀ ਮਜ਼ੰਮਤ ਕੀਤੀ ਹੈ। ਦੂਜਾ ਆਇਆ ਅੱਛਾ, ਫਿਰ ਦੂਜਾ ਜਵਾਬ ਉਹਨਾਂ ਦਿੱਤਾ ਹੈ ਕਿ ਯੂਨਸ ਅਲੈਹਿਸਲਾਮ ਪੇਸ਼ਗੋਈ ਕੀਤੀ, ਉਹ ਨਾ ਪੂਰੀ ਹੋਈ, ਹਿਸਾਬ ਨਾ ਆਇਆ, ਉਹ ਫਿਰ ਗਲਤ ਸਾਬਤ ਹੋਈ। ਉਹ ਵੀ ਗਲਤ ਸ਼ਾਹ ਸਾਹਿਬ ਨੇ ਸਾਬਤ ਕਰਤੀ ਵੀ ਨਾ ਕੁਰਾਨ 'ਚ ਲਿਖਿਆ ਹੈ ਨਾ ਹਦੀਸ ਲਿਖਿਆ ਕਿ ਯੂਨਸ ਅਲੈਹਿਸਲਾਮ ਜ਼ਾਬ ਦੀ ਪੇਸ਼ਗੋਈ ਕੀਤੀ ਸੀ ਤੇ ਪੂਰੀ ਨਹੀਂ ਸੀ। ਭਾਵ ਕਿੱਥੇ ਲਿਖਿਆ ਹੈ? ਕਿੱਥੇ ਉਹਨਾਂ ਆਖਿਆ ਸੀ ਅਗਲੇ ਦਿਨ ਜ਼ਾਬ ਆਵੇਗਾ ਤਾਂ ਨਹੀਂ ਆਇਆ? ਭਾਵ ਤੁਸੀਂ ਨਾ ਕੁਰਾਨ ਦੀ ਕਿਹੜੀ ਆਇਤ 'ਚ ਲਿਖਿਆ? ਨਾ ਕੁਰਾਨ 'ਚ ਨਾ ਨਬੀ ਪਾਕ ਦੀ ਕਿਸੇ ਹਦੀਸ ਵਿੱਚ। ਉੱਥੋਂ ਹਟੇ ਨੇ ਤੀਜਾ ਆਇਆ ਉਹ ਨਬੀ ਪਾਕ ਨੂੰ ਸੱਲੱਲਾਹੁ ਅਲੈਹਿ ਵਸੱਲਮ, ਉਦੋਂ ਨੂੰ ਪੈ ਗਿਆ, ਕਹਿੰਦਾ ਜੀ ਉਹ ਨਬੀ ਪਾਕ ਨੇ ਉਹ ਜ਼ੈਦ ਦੀ ਬੀਵੀ ਨਾਲ ਨਿਕਾਹ ਕਰ ਲਿਆ। ਇਹ ਤੁਹਾਡੇ ਰਿਜ਼ਲਟ ਪੇ ਆਉਂਦੇ ਨੇ, ਇਹ ਤੁਹਾਡੀ ਕਾਰਕਰਦਗੀ ਹੈ ਟੋਟਲ। ਇਹਦੇ ਉੱਤੇ ਜੇ ਅਗਰ ਕੋਈ ਫੇਵਰੇਟ 49 ਹਾਰ ਦਾ ਬੰਦਾ ਮਾਤਮ ਕਰੇ ਤੇ ਆਖੇ ਕਿ ਤੁਸੀਂ ਸਾਡੇ ਕਾਬਰਾਂ ਨੂੰ ਗਾਲਾਂ ਪਵਾਉਂਦੇ ਹੋ, ਤੇ ਤੁਸੀਂ ਉਹਦੀ ਤਈਦ ਨਾ ਕਰਿਆ ਕਰੋ, ਉਹਦੀ ਮਜ਼ੰਮਤ ਕਰਿਆ ਕਰੋ, ਕਿਉਂਕਿ ਉਹ ਤੇ ਤੁਹਾਡਾ ਹੀ ਮਾਤਮ ਪਿਆ ਕਰਦਾ ਹੈ ਕਿ ਤੁਹਾਡੀਆਂ ਇਹਨਾਂ ਹਰਕਤਾਂ ਦੀ ਵਜ੍ਹਾ ਤੋਂ ਮੇਰੇ ਕਾਬਰਾਂ ਨੂੰ ਤੇ ਮੇਰੇ ਬਜ਼ੁਰਗਾਂ ਨੂੰ ਗਾਲਾਂ ਪਈਆਂ ਪੈਂਦੀਆਂ ਨੇ। ਮੈਂ ਉਹਦੀ ਤਈਦ ਕਰਨਾ, ਮੈਂ ਤਈਦ ਚੰਗੀ ਕਰਦੇ ਹੋ, ਤਈਦ ਉਹਦੀ ਕਰਦੇ ਹੋ, ਬਹਿੰਦੇ ਜਾ ਕੇ ਗਾਲੀਬਾਜ਼ਾਂ ਨਾਲ। ਕਦੇ ਉਹਨੂੰ ਵੇਖਿਆ ਜਾ ਕੇ ਉਹਦੇ ਫਰਕਾਨ ਦੀ ਬਰਾੜ ਤੇ? ਇੱਕ ਅੱਧੀ ਵਾਰੀ ਮੈਂ ਵੇਖਿਆ, ਸਿਰਫ ਇੱਕ ਵਾਰੀ ਸ਼ਾਇਦ ਆਇਆ। ਇਹ ਮਲੂਨ ਥੱਲੇ ਆ ਗਿਆ, ਫਰਕਾਨ ਮਲੂਨ। ਉਹਨੇ ਵੇਖ ਲਿਆ ਇਹਦੀਆਂ ਹਰਕਤਾਂ, ਉਹਨੂੰ ਪਤਾ ਲੱਗ ਗਿਆ ਕਿ ਇਹ ਤਾਂ ਨਬੀ ਪਾਕ ਤਾਂ ਸਿਰਫ ਸ਼ਾਤਮੀਅਤ ਕਰਨ ਵਾਲਾ, ਗੁਸਤਾਖੀਆਂ ਕਰਨ ਵਾਲਾ, ਸਿਰਫ ਪਰਤ ਕੇ ਉਹਦੇ ਨੇੜੇ ਨਹੀਂ ਲੱਗਾ। ਕਿੰਨੇ ਮਰਜ਼ਾਈ ਨੇ ਜਿਹੜੇ ਨਹੀਂ ਇਹਦੇ ਨੇੜੇ ਆਉਂਦੇ ਹਨ, ਸਵਾਏ ਇਹਨਾਂ 8-10 ਦੇ। ਆ ਨਾਸਰ ਬੱਟ ਹੋ ਗਿਆ, ਉਹ ਜ਼ਰਤਸ਼ਤ ਹੋ ਗਿਆ, ਉਹ ਮੁਬਸ਼ਰ ਰਜ਼ਾ ਹੋ ਗਿਆ, 1122 ਹੋ ਗਿਆ, ਕਾਲੂ ਹੋ ਗਿਆ। ਇਹ 7-8 ਬੰਦੇ ਨੇ ਨਾ ਜਿਹੜੇ ਇਹਦੇ ਸਾਥੀ ਨੇ, ਤੇ ਨਾਲ ਸਟੇਰੀਅਲ ਸਾਹਿਬ ਵੀ ਜਾ ਕੇ ਬਹਿ ਗਏ ਨੇ ਗੋਡੇ ਨਾਲ ਗੋਡਾ ਲਾ ਕੇ। ਆਂਦੇ ਨੇ ਮੈਂ ਉਹਦੀ ਮੈਂ ਹੱਥ ਕਰਨਾ ਵਾ, ਫੇਵਰੇਟ 49 ਦੀ ਮੈਂ ਤਈਦ ਕਰਨਾ ਵਾ। ਕੀ ਤੁਸੀਂ ਤਈਦ ਕਰਦੇ ਹੋ? ਗੁਸਤਾਖੀਆਂ ਤੇ ਤੁਸੀਂ ਉਹਦੇ ਕੋਲ ਸਿੱਖ ਕੇ ਆ ਕੇ ਆਪੇ ਕਰਦੇ ਹੋ।
ਭਾਈ ਅਮਰ ਭਾਈ ਇਹ ਜੋ ਕੁਝ ਕਰ ਰਹੇ ਨੇ ਇਹ ਮਿਰਜ਼ਾ ਸਾਹਿਬ ਪੱਪੂ ਠਹਿਰ ਜਾ ਪੱਪੂ ਇੱਕ ਮਿੰਟ ਆਮਰ ਨਦੀਪ ਸਾਹਿਬ ਸਲਾਮ ਅਲੈਕਮ ਵਾਲੇਕੁਮ ਸਲਾਮ। ਮੈਂ ਕੱਲ ਇਹਨਾਂ ਨੂੰ ਨਾ ਹੁਸੈਨੀ ਸਾਹਿਬ ਦੀ ਬਰਾੜ ਤੇ ਇਹ ਗੱਲ ਕਹੀ ਏ ਔਰ ਇਹ ਮੈਂ ਆਪਣੇ ਗੁਨਾਹਗਾਰ ਕੰਨਾਂ ਨਾਲ ਇਹ ਗੱਲ ਸੁਣੀ ਏ ਐਸਟੇਰੀਅਲ ਸਾਹਿਬ ਨਾ ਇੱਥੇ ਸਾਡੇ ਕੋਲ ਬਹਿ ਕੇ ਹੁਸੈਨੀ ਦੀ ਬਰਾੜ ਤੇ ਬਹਿ ਕੇ ਨਾ ਮੂੰਹ 'ਚ ਘੁੰਗਣੀਆਂ ਪਾ ਲੈਂਦੇ ਨੇ, ਲੇਕਿਨ ਜਦੋਂ ਇਹ ਆਪਣੀਆਂ ਬਰਾਡਾਂ ਦੇ ਬੈਠੇ ਹੁੰਦੇ ਨੇ ਨਾ ਫੇਰ ਇਹਨਾਂ ਦੀ ਬਕਵਾਸ ਯਾਦ ਸੁਣਨ ਵਾਲੀ ਹੁੰਦੀ ਏ ਕਿ ਫੇਰ ਇਹਨਾਂ ਦੇ ਦੋ ਚਿਹਰੇ ਨੇ। ਮੈਂ ਇਹਨਾਂ ਨੂੰ ਕੱਲ ਇਹੀ ਗੱਲ ਕਹੀ ਉੱਥੇ, ਇਹਨਾਂ ਨੇ ਕਿਹਾ ਜੀ ਮੈਂ ਕਿੱਥੇ ਗਿਆ, ਮੈਂ ਕਿਹਾ ਤੁਸੀਂ ਫੁਰਕਾਨ ਦੀ ਬਰਾੜ ਤੇ ਬਹਿ ਕੇ ਕਾਲੂ ਤੁਹਾਡੇ ਨਾਲ ਬੈਠਾ ਹੋਇਆ ਸੀ ਔਰ ਤੁਸੀਂ ਠੱਠੇ ਲਾ ਕੇ ਨਬੀ ਕਰੀਮ ਦੇ ਉੱਤੇ ਹੱਸਦੇ। ਅਮਰ ਭਾਈ ਮੈਂ ਇੱਕ ਐਲਾਨ ਕਰਦਾ ਜਾਵਾਂ, ਇੱਕ ਮਿੰਟ ਅਲਿਆਕ ਸਾਹਿਬ, ਫੁਰਕਾਨ ਦੀ ਤੇ ਤਸਵੀਰ ਜਾਂ ਬਾਇਓਡਾਟਾ ਕਿਸੇ ਕੋਲ ਨਹੀਂ ਹੈ, ਲੇਕਿਨ ਐਸਟੇਰੀਅਲ ਸਾਹਿਬ ਮੇਰੀ ਗੱਲ ਇੱਕ ਕੰਨਾਂ ਨਾਲ ਖੋਲ ਕੇ ਸੁਣ ਲਓ। ਜੇ ਤੁਸੀਂ ਕੋਈ ਗੁਸਤਾਖੀ ਕੀਤੀ ਠੀਕ ਹੈ ਤੇ ਤੁਹਾਡੀ ਤੇ ਪਿਕਚਰ ਕਿਸੇ ਨਾ ਕਿਸੇ ਭਾਈ ਕੋਲ ਆਵੇ, ਕਿਉਂਕਿ ਇੱਕ ਵਾਰੀ ਤੁਸੀਂ ਮਰਦੇ ਮੁਜਾਹਿਦ ਬਣ ਕੇ ਨਾ ਜੋਸ਼ ਚ ਆ ਕੇ ਵੀਡੀਓ ਆਨ ਕਰ ਲਈ ਸੀ। ਕੀ ਫਾਇਦਾ ਇਹ ਫਜ਼ੂਲ। ਨਹੀਂ ਅਮਰ ਭਾਈ ਮੈਂ ਗੱਲ ਦੱਸਿਆ ਜਿਹੜਾ ਸਾਡੇ ਨਬੀ ਦੀ ਗੁਸਤਾਖੀ। ਖਾਮੋਸ਼ ਹੋ ਜਾ, ਖਾਮੋਸ਼ ਹੋ ਜਾ, ਖਾਮੋਸ਼ ਹੋ ਜਾ, ਇਹੋ ਜਿਹੀ ਗੱਲ ਨਹੀਂ ਕਰੀਦੀ ਹੈ। ਜੋ ਇਹਨਾਂ ਕਰਨੀਆਂ ਨੇ ਇਹਨਾਂ ਕਰਨੀਆਂ ਹੀ ਨੇ, ਤੇਰੇ ਇਸ ਥ੍ਰੈਟ ਨਾਲ ਉਹਨਾਂ ਬਾਜ਼ ਨਹੀਂ ਆਉਣਾ। ਉਹਨਾਂ ਨਹੀਂ ਕਰਿਆ, ਮੈਂ ਕਿਹਾ ਅਸੀਂ ਸਿਰਫ ਸ਼ਿਕਾਇਤ ਕਰਾਂਗੇ ਗਵਰਨਮੈਂਟ ਨੂੰ, ਠੀਕ ਹੈ ਪਾਕਿਸਤਾਨ ਤੋਂ ਕੁਝ ਨਹੀਂ ਕਹਿ ਰਿਹਾ ਮੈਂ। ਉਹ ਯੂਰਪ ਆਏ ਨੇ, ਉਹਨਾਂ ਦਾ ਝਾਕਾ ਭੱਜਿਆ, ਉਹਨਾਂ ਨੂੰ ਕਰਨ ਦਿਓ। ਬਹਰਹਾਲ ਉਹਦਾ ਰਿਜ਼ਲਟ ਇਹ ਵੇ ਕਿ ਮੈਂ ਉਹਨਾਂ ਨੂੰ ਆਪਣੀ ਮਿਸਾਲ ਦਿੱਤੀ ਏ ਕਿ ਮੈਂ ਗਿਆ ਸਿੰਘ ਗਿੱਲ ਦੀ ਬਰਾੜ ਤੇ ਮੈਂ ਉਹਨੂੰ ਕੋਈ ਗੱਲ ਤੇ ਕਰਨੀ ਸੀ ਹੋਰ ਉਹਦੀ ਗਰੂਮਿੰਗ ਵਾਲੀ, ਉਹ ਮੇਰੇ ਨਬੀ ਅਲੈਹਿਸਸਲਾਤੁ ਵਸਲਾਮ ਤੇ ਭੌਂਕਣ ਲੱਗ ਪਿਆ। ਮੈਂ ਦੌੜਿਆ ਉੱਥੋਂ ਕੰਡ ਦੇ ਪੁਸ਼ਰ ਰੱਖ ਕੇ, ਮੈਂ ਕਿਹਾ ਕਹਾਂ ਤੇ ਮੈਂ ਉਹਦੇ ਨਾਲ ਅਗਰ ਪਿਆਰ ਨਾਲ ਗੱਲ ਕੋਈ ਕਰ ਸਕਣਾ ਤਾਂ ਠੀਕ ਹੈ, ਨਹੀਂ ਤੇ ਇਹਨੂੰ ਮੈਂ ਹਿੱਟ ਕਰਾਂਗਾ, ਇਹ ਮੇਰੇ ਨਬੀ ਨੂੰ ਜਾ ਕੇ ਗਾਲਾਂ ਕੱਢੇਗਾ। ਪਰ ਤੇ ਮੈਂ ਉਹਦੇ ਨੇੜੇ ਨਹੀਂ ਗਿਆ। ਕਿਉਂ? ਜਿਹੜਾ ਬੰਦਾ ਗਾਲਾਂ ਕੱਢਦਾ ਹੈ ਤੁਹਾਡੇ ਨਬੀ ਨੂੰ, ਉਹਦੇ ਨਾਲ ਸਿਰਫ ਇੱਕੋ ਰਸਤਾ ਹੁੰਦਾ ਕਿ ਤੁਸੀਂ ਉਹਦੇ ਨਾਲ ਜੇ ਨਬੀ ਨੇ ਕਰ ਸਕਦੇ ਹੋ ਕਰ ਲਓ, ਨਹੀਂ ਤੇ ਪਿੱਛੇ ਹਟ ਜਾਓ। ਤੇ ਜੇ ਤੁਸੀਂ ਆਪ ਜਾ ਕੇ ਭੱਜ ਉਹਦੇ ਜਾ ਕੇ ਸੂਆ ਮਾਰਦੇ ਹੋ ਜਾਂ ਉਹਨੂੰ ਉਂਗਲ ਦਿੰਦੇ ਹੋ, ਉਹਨੇ ਬਦਲੇ ਤੁਹਾਡੇ ਨਬੀ ਦੀ ਫਲਾਂਟਿੰਗ ਦੇਣਾ ਹੈ ਤੇ ਫਿਰ ਤੁਸੀਂ ਚੀਕਾਂ ਮਾਰਦੀਆਂ ਨੇ। ਇਹ ਗਲਤ ਠੀਕ ਕਹਿੰਦਾ ਫੇਵਰੇਟ 49, ਇਹਦੇ 'ਚ ਕਿਹੜੀ ਗਲਤੀ ਉਹ ਕਹਿੰਦਾ ਕਿ ਬਈ ਅਗਲੇ ਜਿਹੜੇ ਨੇ ਉਹ ਉੱਥੇ ਸੱਟ ਮਾਰਦੇ ਨੇ ਜਿੱਥੇ ਫਿਰ ਤੁਹਾਨੂੰ ਦਰਦ ਹੁੰਦੀ, ਤੁਹਾਨੂੰ ਨਹੀਂ ਹੁੰਦੀ, ਨਾਲ ਦੁਆਲੇ ਵਾਲੇ ਨੂੰ ਵੀ ਹੁੰਦੀ ਹੈ। ਤੇ ਤੁਸੀਂ ਬਾਅਦ ਆ ਜਾਓ। 7 ਦਿਨ ਜੋ ਹੋਈ ਹੈ ਬਰਾੜ ਲਈ, ਮੇਰੀ ਤਾਂ ਜੁੱਤੀ ਨੂੰ ਵੀ ਪਰਵਾਹ ਹੈ। ਮੈਂ ਅੱਜ ਪਹਿਲੀ ਵਾਰੀ ਜ਼ਿਕਰ ਕਰਨ ਲੱਗਾ ਕਿ 7 ਦਿਨ ਜੋ ਹੋਈ ਹੈ ਮੇਰੀ ਫੋਟੋ ਟੰਗ ਕੇ ਤੇ ਬਰਾੜ ਲਾਈ ਹੈ ਤੇ ਗਾਲਾਂ ਕੱਢਣ ਲੱਗੇ ਨੇ, ਉਹਦਾ ਕੀ ਰਿਐਕਸ਼ਨ ਹੋਏਗਾ? ਕਿਆ ਮੁਸਲਮਾਨ ਤੁਹਾਡੇ ਗੱਲ 'ਚ ਹਾਰ ਪਾਣਗੇ ਜਾਂ ਮੁਸਲਮਾਨ ਸਿਰਫ ਤੁਹਾਨੂੰ ਜਵਾਬ 'ਚ ਰਿਐਕਟ ਕਰਨਗੇ, ਤੁਹਾਡੀ ਜ਼ਾਤ ਤੱਕ ਰਹਿਣਗੇ? ਮੁਸਲਮਾਨ ਤੁਹਾਡੇ ਕਾਬਰ ਨੂੰ ਟੱਕਰਨਗੇ ਕਿਉਂਕਿ ਉਹਨੇ ਤੁਹਾਨੂੰ ਉੱਥੇ ਸੱਟ ਮਾਰਨੀ ਜਿੱਥੇ ਤੁਹਾਨੂੰ ਦਰਦ ਹੋਵੇ। ਜਿਸ ਤਰ੍ਹਾਂ ਸਿੰਘ ਗਿੱਲ ਨੇ ਉੱਥੇ ਗਾਲ ਕੱਢੀ ਜਿੱਥੇ ਤੇ ਮੈਨੂੰ ਦਰਦ ਹੋਈ ਹੈ। ਜਿਹੜਾ ਕਿਸੇ ਨੂੰ ਮੰਨਦਾ ਨਹੀਂ, ਉਹਦੇ ਦਿਲ 'ਚ ਉਹਦਾ ਇਤਰਾਮ ਨਹੀਂ, ਉਹ ਤੇ ਉਹਨੂੰ ਹੀ ਗਾਲ ਕੱਢੇਗਾ ਕਿ ਇਹਨੂੰ ਉੱਥੇ ਗਾਲ ਮੈਂ ਕੱਢਾਂ ਜਿੱਥੇ ਇਹਨੂੰ ਪੀੜ ਹੋਵੇ। ਇਸ ਗੱਲ ਕਰਕੇ ਅਮਰ ਭਾਈ ਅਸੀਂ ਤੇ ਸੱਚੇ ਮੁਸਲਮਾਨ ਐਵਾਂ ਯਾਨੀ ਪਹਿਲੀ ਗੱਲ ਮੈਨੂੰ ਤੇ ਨਹੀਂ ਲੱਗਦਾ ਸੀ ਸੱਚੇ ਮੁਸਲਮਾਨ, ਲੇਕਿਨ ਇਹ ਸੱਚੇ ਕਾਦੀਆਨੀ ਨੇ। ਇਹ ਮਿਰਜ਼ਾ ਸਾਹਿਬ ਦੀ ਅਸੀਂ ਨਹੀਂ ਤੂੰ ਆਪਣੀ ਗੱਲ ਕਰ, ਅਸੀਂ ਸਾਡੇ ਸਾਰਿਆਂ ਨਾਲ ਲੈ ਕੇ ਆ। ਇੱਕ ਮਿੰਟ ਤੂੰ ਚੁੱਪ ਕਰ। ਅਮਰ ਭਾਈ ਅਸੀਂ ਸਾਰਿਆਂ ਨਾਲ ਲੈ ਕਰਕੇ ਅਸੀਂ ਮੁਸਲਮਾਨ ਹੈਗੇ, ਅਸੀਂ ਮੁਸਲਮਾਨ ਆ, ਤੂੰ ਨਹੀਂ ਹੈ। ਇਹ ਸਾਡੀ ਅਸੀਂ ਸੱਚਾ ਮੁਸਲਮਾਨ। ਅਮਰ ਭਾਈ ਮਿਰਜ਼ਾ ਸਾਹਿਬ ਦੀ ਸੱਚੀ ਤਾਲੀਮ ਤੇ ਅਮਲ ਕਰਦੇ ਨੇ। ਮਿਰਜ਼ਾ ਸਾਹਿਬ ਕਹਿੰਦੇ ਨੇ ਜੇ ਮੈਂ ਗਲਤ ਹਾਂ ਤੇ ਕੋਈ ਸਾਰੇ ਨਬੀ ਗਲਤ ਨੇ। ਤੇ ਯਾਰ ਆਪਣੇ ਨਬੀ ਦੀ ਤਾਲੀਮ ਪੇਸ਼ ਕਰ ਰਹੇ ਨੇ, ਨਬੀਆਂ ਨੂੰ ਗਾਲਾਂ ਕੱਢਦੇ ਨੇ ਤੇ ਇਹਨਾਂ ਦਾ ਮਜ਼ਹਬ ਹੀ ਹੈ ਇਹ ਤੁਸੀਂ ਹਾਈਲਾਈਟ ਕੀਤਾ ਕਰੋ ਕਿ ਇਹ ਗਲਤ ਨਹੀਂ ਹਨ, ਇਹ ਸੱਚੇ ਅਹਿਮਦੀ ਨੇ ਕਿਉਂਕਿ ਗਾਲੀਬਾਜ਼ ਦੇ ਨਬੀਆਂ ਦੀ ਤੋਹੀਨ ਕਰਦੇ ਨੇ। ਕਿਉਂਕਿ ਮਿਰਜ਼ਾ ਸਾਹਿਬ ਨੇ ਸੁਣਾਇਆ ਸੀ ਜੇ ਮੈਂ ਨੰਗਾ ਮੈਨੂੰ ਕੋਈ ਨੰਗਾ ਕਰੇਗਾ ਤੁਸੀਂ ਸਭ ਨਬੀਆਂ ਨੂੰ ਨੰਗਾ ਕਰਨਾ ਹੈ। ਜਜ਼ਾਕੱਲਾ। ਨਾ ਅਲੀ ਤੂੰ ਪਿਆ ਕਹਿੰਦਾ ਸੀ ਕੱਲ ਮੈਂ ਕਿਹਨੂੰ ਬਾਹਰ ਕੱਢਿਆ? ਅਬਦੁੱਲਾ ਨੂੰ ਬਾਹਰ ਕੱਢਿਆ? ਉਹ ਪੜੋ ਦਾ ਥੱਲੇ ਕਮੈਂਟ ਹੁਣ। ਉਹ ਨਹੀਂ ਇਹ ਗੱਲ ਨਹੀਂ, ਮੈਂ ਸਿਰਫ ਉਹਨੂੰ ਇਹ ਆਖਿਆ ਕਿ ਯਾਰ ਅਸਾਂ ਨਹੀਂ ਕਿਸੇ ਦੀ ਮਾਂ ਭੈਣ ਗੱਲ ਕਰਨੀ, ਤੁਸੀਂ ਸਾਨੂੰ ਮਨਾ ਕਰਦੇ ਹੋ ਕਿ ਨਹੀਂ ਕਰਦੇ? ਉਹ ਗਿੱਲਾ ਤਿੱਤਰ ਜਿਹੜਾ ਨਾ ਉਹ ਹੈ ਹੀ ਐਸੇ ਵਾਏ ਜੋ ਮੈਂ ਨਹੀਂ ਆਂਦਾ ਕਿਸੇ ਦੀ ਮਾਂ ਭੈਣ ਦੀ ਗੱਲ ਕਰੋ, ਲੇਕਿਨ ਇਹ ਬੰਦੇ ਨੂੰ ਪ੍ਰਵੋਕ ਕਰਦੇ ਨੇ। ਵੇਖ ਥੱਲੇ ਆ ਕੇ ਕਹਿਣ ਲੱਗੇ ਆ ਅਮਰ ਤੂੰ ਆਪਣੀ ਸਫਾਈ ਦੇ, ਕਹਿੰਦਾ ਮੈਂ ਕਸਮ ਅੱਲਾ ਦੀ ਮੁਸਲਮਾਨ ਆ। ਏਜੰਟ ਹੈ ਉਹਨਾਂ ਦਾ, ਮਰਜ਼ੀਆਂ ਦਾ ਬੜਾ ਵੱਡਾ ਏਜੰਟ ਹੈ। ਮਤਲਬ ਇਹ ਕਿ ਫਿਰ ਅਸੀਂ ਆਪਣੇ ਭਰਾਵਾਂ ਨੂੰ ਡਾਂਟਨੇ ਆ ਕਿ ਨਾ ਕਿਸੇ ਦੀ ਇਹੋ ਜਿਹੀ ਕੋਈ ਗੱਲ ਕਰਿਓ, ਨਾ ਕੋਈ ਗੰਦੀ ਗਾਲ ਕਿਸੇ ਨੂੰ ਕੱਢਿਓ, ਲੇਕਿਨ ਇੱਥੇ ਗੰਦੇ ਗੰਡੋਏ ਲੱਗੇ ਫਿਰਦੇ ਨੇ ਟਿਕਟਾਕ ਦੇ ਉੱਤੇ, ਗਲਾਜ਼ਤ ਖਿਲਾਰੀ ਹਰ ਪਾਸੇ ਜਿੱਧਰ ਜਾਂਦੇ ਨੇ। ਉਹਨੇ ਉਹ ਰਾਤੀ ਇੰਨੀ ਬਿਸਤੀ ਕਰਾ ਕੇ ਆਇਆ ਪੱਪੂ ਇੱਕ ਕੋੜੀ ਕੋਲੋਂ, ਉਹਨੂੰ ਕਹਿੰਦਾ ਸੀ ਕਿ ਤੁਸੀਂ ਮੰਗਦੇ ਹੋ, ਵੇਖੋ ਨਾ ਉਹ ਕੋਈ ਮੀਰਪੁਰ ਦੀ ਕੋੜੀ ਸੀ, ਇੰਨੀ ਉਹਨੇ ਬਿਸਤੀ ਇਹਦੀ ਕੀਤੀ ਏ। ਉਹਨੇ ਕਿਹਾ ਤੂੰ ਆਪਣੇ ਮਾਪਿਓ ਦੀ ਤਰਬੀਅਤ ਵੀ ਦੱਸਣਾ ਤੇ ਜੇ ਤੁਸੀਂ ਇਹਨੂੰ ਲੈਂਦੇ ਹੋ ਤੇ ਉੱਥੇ ਹਿਸਾਬ ਲਓ ਕੁੜੀਆਂ ਨਾਲ ਮਦੱਖੇ ਲਾਉਣ ਲੱਗ ਪਿਆ ਪੱਪੂ ਹੁਣ ਸਾਡਾ।
ਕੁੜੀਆਂ ਨਾਲ ਨਹੀਂ ਪੱਪੂ ਜਾ ਕੇ ਗੱਲਾਂ ਕਰੀਦੀਆਂ ਹਨ, ਜਾਈਦਾ ਹੀ ਨਹੀਂ ਕੁੜੀਆਂ ਦੀਆਂ ਬਰਾਡਾਂ ਤੇ ਨਾ ਉਹਨਾਂ ਨਾਲ ਜਾ ਕੇ ਬਹਿਸਾਂ ਕਰੀਦੀਆਂ ਨੇ। ਤੁਸੀਂ ਉਹਨਾਂ ਨੂੰ ਇੱਕ ਗੱਲ ਗਲਤ ਕਹਿ ਦਿਓ ਕਿ ਤੁਹਾਡੇ ਮੂੰਹ 'ਚੋਂ ਗਲਤ ਨਿਕਲ ਜੇਗੀ, ਉਹਨਾਂ 36 ਕਈਆਂ ਹੋਣਗੀਆਂ ਨਾ ਤੇ ਸਾਰਾ ਗਲਾਵਾ ਤੁਹਾਡੇ ਗਲ ਹੀ ਪਵੇਗਾ। ਇਹ ਅਮਰ ਭਾਈ ਮੈਨੂੰ ਨਹੀਂ ਪਤਾ ਕਿਸ ਗੱਲ ਦੀ ਜ਼ਿਕਰ ਕਰ ਰਿਹਾ, ਲੇਕਿਨ ਮੈਂ ਜਿੱਥੇ ਰਾਤੀ ਮਾਫੀ ਵੀ ਮੰਗਣਾ ਹੈ ਉੱਤੇ ਆ ਗਏ ਹਰਮੈਟੀ ਦੀ ਬਰਾੜ ਦੇ ਉੱਤੇ ਮਾਫੀ ਵੀ ਮੰਗਣਾ ਨਹੀਂ ਉਹ ਯਾਰ ਮੈਂ ਆਪਣੀ ਭੈਣ ਨੂੰ ਕੋਈ ਗਲਤ ਗੱਲ ਕਰ ਛੜੀ ਸੀ, ਉਹ ਮੈਂ ਤਾਂ ਉਹਦੀ ਮਾਫੀ ਮੰਗੀ ਸੀ ਕਿਉਂਕਿ ਮੈਂ ਉਹ ਬੇਸਿਕਲੀ ਉਹ ਕੋਈ ਫਰਾਈ ਪੈਨ ਬਾਰ-ਬਾਰ ਮੰਗ ਰਹੀ ਸੀ ਇੱਕ ਬੰਦੇ ਕੋਲ, ਤੇ ਮੈਂ ਤੰਜ਼ਨ ਆਖਿਆ ਸੀ ਕਿ ਭੀਖ ਨਾ ਮੰਗ, ਤੇ ਫਿਰ ਉਹਨਾਂ ਮੈਨੂੰ ਗਾਲਾਂ ਕੱਢੀਆਂ ਤੇ ਫਿਰ ਤੰਜ਼ਿੰਗ ਆਖਿਆ ਸੀ ਇਹਨੇ, ਕੋਈ ਇੰਨੀ ਗੱਲ ਕੋਈ ਨਹੀਂ ਹੈ, ਬਾਅਦ ਚ ਮਾਫੀ ਵੀ ਮੰਗਦੀ ਸੀ। ਜਿਹੜੇ ਮਰਜ਼ਈਆਂ ਦਾ ਜਿਹੜਾ ਸਟਾਈਲ ਹੈ ਨਾ ਫਰਕਾਨ ਪੁੱਤਰ, ਤੈਨੂੰ ਬਾਬਿਆਂ ਦੀ ਲਿਸਟ ਦਿੱਤੀ ਸੀ ਤੇ ਤੈਨੂੰ ਬਲਾਲ ਨੇ ਜਾ ਕੇ ਆਖਿਆ ਸੀ ਵੀ ਵੱਡੇ ਬਾਬੇ ਤੂੰ ਉਤਰਲੇ ਤੇ ਸ਼ੁਰੂ ਹੋ ਜਾ, ਤੇ ਤੂੰ ਤੇ ਫਤਿਹ ਮਸੀਹ ਦਾ ਇਤਰਾਜ਼ ਦਰਾਇਆ ਸੀ ਤੇ ਸਾਰੇ ਮਰਜ਼ਾਈਆਂ ਦਾ ਮੂੰਹ ਕਾਲਾ ਕਰਾਇਆ ਸੀ। ਜਿਹੜਾ ਮੁਸਲਿਮ ਦੀ ਹਦੀਸ ਤੂੰ ਪੇਸ਼ ਕੀਤੀ ਸੀ ਓਏ ਉਹ ਤੇ ਫਤਿਹ ਮਸੀਹ ਪੇਸ਼ ਕਰਦਾ ਸੀ, ਤੇ ਮਿਰਜ਼ਾ ਗੁਲਾਮ ਅਹਿਮਦ ਵਿਚਾਰਾ ਦਫਾ ਕਰਦਾ ਕਰਦਾ ਮਰ ਗਿਆ। ਕੋਈ 2-3 ਪੰਚਰ ਲਾਏ ਹਦੀਸ ਉੱਤੇ ਤੇ ਕੋਈ 300-400 ਗਾਲਾਂ ਹਜ਼ਰਤ ਈਸਾ ਅਲੈਹਿਸਲਾਮ ਨੂੰ ਕੱਢੀਆਂ। ਉਹ ਇਤਰਾਜ਼ ਤੂੰ ਕੀਤਾ ਜਿਹੜਾ ਫਤਿਹ ਮਸੀਹ ਨੇ ਕੀਤਾ ਸੀ। ਕਿਹੜੀ ਤੂੰ ਬਾਬਿਆਂ ਦੀ ਗੁਸਤਾਖੀ ਪੇਸ਼ ਕਰਨੀ ਹੈ? ਕਿਹੜੇ ਸਾਡੇ ਬਾਬੇ ਨਹੀਂ? ਸ਼ੁਰੂ ਹੋ ਵਾਲਾ ਇਮਾਮ ਬੁਖਾਰੀ ਤੂੰ ਲੱਤਾਂ ਦੇ ਭਾਰ ਪਾ, ਉੱਤੇ ਆ, ਉੱਤੇ ਆ, ਮੈਂ ਤੈਨੂੰ ਖੋਲ ਕਰ ਬਤਾਉਂ ਨਾ, ਉੱਤੇ ਆ ਕਾਲ ਪਾ ਵਾਲਾ ਕਾਲ ਪਾ, ਮੈਂ ਤੇਰੇ ਨਾਲ ਉੱਤੇ ਆ ਕੇ ਬਹਾ ਕੇ ਤੈਨੂੰ ਸਾਹਮਣੇ ਬਹਾ ਕੇ ਗੱਲ ਕਰਾਂ। ਅੱਜ ਲਵੋ ਇਹਨੂੰ ਵੀ ਉੱਤੇ, ਇਹਦੇ ਵੀ ਇਹਦਾ ਵੀ ਕੱਢੋ, ਆਪਰੇਸ਼ਨ ਕਰੋ ਇਹਦਾ ਜ਼ਰਾ। ਤੂੰ ਸਟੇਰੀਅਲ ਨੂੰ ਉੱਥੇ ਜੇ ਪਹੁੰਚਾ ਦਿੱਤਾ ਹੈ ਕਿ ਅੱਜ ਉਹ ਦੋਵੇਂ ਆ ਕੇ ਨਬੀਆਂ ਦੇ ਪੌਂਕਣ ਲੱਗ ਪਏ ਨੇ, ਦੋਵੇਂ ਤਰਾਵੇ, ਸਟੇਰੀਅਲ ਵੀ ਤੇ ਉਹ ਦੂਜਾ ਵੀ ਨਾਸਰ ਵੀ। ਇਹ ਨਾਸਰ ਵੀ ਜਾ ਕੇ ਪੈਂਦਾ ਇਹਦੇ ਨਾਲ ਨਾ, ਗੋਡੇ ਨਾਲ ਗੋਡਾ ਲਾ ਕੇ। ਅਸਲ ਇਹ ਅਮਰ ਭਾਈ ਉਹਨਾਂ ਦੀ ਵੀ ਬਰਾੜ ਦੇ, ਉਹ ਨਿਊ ਹੋਰਾਂ ਦੀ ਬਰਾੜ ਦੇ ਵੀ ਬਹਿ ਕੇ ਨਾ ਇਹਨਾਂ ਦਾ ਬੇੜਾ ਗਰਕ ਹੋ ਗਏ ਅਜੇ। ਆਹੋ ਮੁਲਹਿਦ ਹੋਏ ਨੇ, ਮੁਲਹਿਦ ਹੋਏ ਸੀ ਨਾ, ਉਹ ਵੀ ਨਿਕਲ ਗਈ ਏ। ਹਾਂਜੀ ਹਾਂਜੀ, ਉਹ ਆਪਣੇ ਆਪ ਨੂੰ ਰਹਿਮਤੁਲ ਆਲਮੀਨ, ਉਹ ਨਾਸਰ ਅਹਿਮਦ ਹੈ ਨਾ, ਉਹ ਤੋਬਾ ਨਊਜ਼ ਬਿੱਲਾ ਇੱਕ ਦਿਨ ਕਹਿੰਦਾ ਮੈਂ ਇਹ ਥੱਲੇ ਦਾ ਕਮੈਂਟ, ਇਹ ਕਮੈਂਟ ਇਹਦਾ ਥੱਲੇ ਨਾ ਕਾਪੀ ਕਰਕੇ ਨਾ ਤੇ ਇਹਨੂੰ ਸਟੇਰੀਅਲ ਨੂੰ ਵਹਾਓ ਭਾਈ ਇਹ ਕੀ ਪਿਆ ਲਿਖਦਾ। ਕਹਿੰਦਾ ਬਾਜ਼ਾਰ में गुजरने वाली खवातीन सेफ नहीं हैं। ਇਹ ਮਾਸੂਮ ਨਬੀ ਦੇ ਉੱਤੇ ਭੌਂਕਦਾ ਪਿਆ। ਇਹ ਹੁਣ ਸਟੇਰੀਅਲ ਕਹਿ ਕੇ ਗਿਆ, ਉਹ ਤੇ ਕੋਈ ਇਤਰਾਜ਼ ਕਰਦਾ ਹੀ ਨਹੀਂ, ਉਹਦੇ ਮੂੰਹ 'ਚ ਜ਼ਬਾਨ ਹੀ ਕੋਈ ਨਹੀਂ ਆਇਆ, ਉਹ ਤੇ ਗੂੰਗਾ ਹੈ ਵਿਚਾਰਾ। ਇਹਦਾ ਕਮੈਂਟ ਜਿਹੜਾ ਨਾ ਇਹਨੂੰ ਕਾਪੀ ਕਰੋ ਤੇ ਆਮਦਾ ਸਟੇਰੀਅਲ ਤੇ ਉਹਨੂੰ ਵਹਾਓ। ਉਹ ਤੇ ਕਹਿੰਦਾ ਸੀ ਫੁਰਕਾਨ ਡਰਦਾ ਨਹੀਂ ਕਿਸੇ ਕੋਲ, ਫੁਰਕਾਨ ਨੂੰ ਤੁਸੀਂ ਜਵਾਬ ਨਹੀਂ ਦੇ ਸਕਦੇ, ਫੁਰਕਾਨ ਦੀਆਂ ਲੱਤਾਂ ਕੰਮਣੀਆਂ, ਉੱਤੇ ਆਉਂਦਾ ਹੀ ਨਹੀਂ ਪਿਆ। ਮਰਜ਼ਾਈਓ ਸੁਣ ਲਓ ਫਿਰ ਨਾ ਕਹਿਣਾ ਬਾਅਦ ਚ। ਉੱਤੇ ਆ ਮੈਂ ਤੇਰੇ ਵਾਸਤੇ ਸੀਟ ਬਣਾਈ ਏ ਕਾਲ ਪਾ ਵਾਲਾ, ਜਿਹੜੀ ਕਿਹੜੀ ਬਾਬੇ ਦੀ ਗੁਸਤਾਖੀ ਆਈ ਪੇਸ਼ ਕਰ। ਇਧਰ ਆ, ਆਗੇ ਸਵਾਲੀਆ ਨਿਸ਼ਾਨ ਹੈ ਨਾ, ਤੂੰ ਉੱਤੇ ਆ ਨਾ, ਸਵਾਲੀਆ ਨਿਸ਼ਾਨ ਦਾ ਜਵਾਬ ਲੈ ਮੇਰੇ ਕੋਲ ਆ ਕੇ। ਇਹ ਕੀ ਪੇ ਕਹਿੰਦਾ ਹੈ? ਕਹਿੰਦਾ ਅੱਗੇ ਸਵਾਲੀਆ ਨਿਸ਼ਾਨ ਮੈਂ ਪਾਇਆ ਬਈ ਮੈਂ ਸਵਾਲ ਕੀਤਾ ਹੈ। ਅਲੀ ਲਾ ਦੇ ਸਾਰਿਆਂ ਨੂੰ, ਸਿਰਫ ਆਮਰ ਭਾਈ ਨੂੰ ਰਹਿਣ ਦੇ, ਲਾ ਦੇ। ਅੱਜ ਇਹਦੀ ਉਹਨੇ ਵੇਖੋ ਨਾ ਕੀ ਕਿਹਾ, ਉਹਨੇ ਆਪਣੇ ਮਿਰਜ਼ਾ ਸਾਹਿਬ ਦੀ ਉਹਨਾਂ ਦੀ ਨਜ਼ਰ 'ਚ ਉਹਨੇ ਕਿਹਾ ਸਭ ਖਵਾਤੀਨ ਉਤਾਰੋ, 1 to 1 ਕਰਨਾ ਹੈ। ਇੱਧਰ ਆ ਕੇ ਦੇਖ, ਇੱਧਰ ਆਤੇ ਖਵਾਤੀਨ ਉਤਾਰੋ। ਉੱਤੇ ਆ ਮੈਂ ਸਭ ਨੂੰ, ਜੇ ਕੋਈ ਬੰਦਾ ਬੋਲਿਆ ਤਾਂ ਮੈਂ ਸਭ ਨੂੰ ਥੱਲੇ ਲਾ ਦੇਣਾ। ਉੱਤੇ ਆ ਮੈਂ ਸਭ ਨੂੰ, ਜੇ ਕੋਈ ਬੰਦਾ ਬੋਲਿਆ ਤਾਂ ਮੈਂ ਸਭ ਨੂੰ ਥੱਲੇ ਲਾ ਦੇਣਾ। ਇਹ ਆਬਦ ਸਾਹਿਬ ਆਏ ਨੇ, ਆਪਣਾ ਅਮਰ ਭਾਈ ਆਬਦ ਸਾਹਿਬ ਆਏ ਨੇ। ਇਹਨਾਂ ਨੂੰ ਉਹ ਪ੍ਰੋਬਲਮ ਹੈ ਨਾ, ਜਿਹਨਾਂ ਨੂੰ ਜਿਹੜੀ ਇਹਨੂੰ ਗਿੱਲੇ ਤਿੱਤਰ ਨੂੰ ਦਵਾਈ ਉਹਨੇ ਦਿੱਤੀ ਹੈ ਨਾ ਅਬਦੁੱਲਾ ਨੇ, ਇਹਦੀਆਂ ਇਹਨਾਂ ਹਰਕਤਾਂ ਦੀ ਵਜ੍ਹਾ ਤੋਂ ਦਿੱਤੀ ਹੈ ਨਾ। ਕਿਸ ਤਰ੍ਹਾਂ ਦੀ ਸਫਾਈ ਤੁਹਾਨੂੰ ਚਾਹੀਦੀ ਹੈ ਮੇਰੀ ਬਈ ਅਬਦੁੱਲਾ? ਆਪਣਾ ਕੀ ਨਾਂ ਤੇਰਾ? ਗਿੱਲੇ ਤਿੱਤਰ। ਅੱਛਾ ਕਿਸ ਤਰ੍ਹਾਂ ਦੀ ਸਫਾਈ? ਤੁਹਾਨੂੰ ਕਾਮਨ ਵਿੱਚ ਇੱਜ਼ਤ ਨਾਲ ਬੁਲਾਇਆ ਹੈ। ਆਮਰ ਸਾਹਿਬ ਕਿਆ ਹੈ ਇੱਥੇ ਨਹੀਂ ਤੂੰ ਮੇਰੇ ਕੋਲ ਸਫਾਈ ਮੰਗਣ ਲੱਗਿਆ, ਤੂੰ ਜਿਹੜੀ ਇੱਜ਼ਤ ਕਰਨਾ ਤੂੰ ਮੇਰੇ ਹੱਥ ਫੜਾ ਦੇ ਲਾ। ਬਦਤਮੀਜ਼ੀ ਨਾ ਪਸੰਦੀਦਾ ਗੱਲਾਂ ਕਰ ਰਹੇ, ਤੁਹਾਡਾ ਅਖਲਾਕ ਹੈ? ਜਿਹੜੀ ਤੂੰ ਮੇਰੀ ਇੱਜ਼ਤ ਕਰਨਾ ਨਾ ਕਰ, ਤੁਹਾਨੂੰ ਅਖਲਾਕ ਸਿਖਾਇਆ ਹੈ? ਤੂੰ ਜਿਹੜੀ ਮੇਰੀ ਇੱਜ਼ਤ ਕਰਨਾ ਨਾ ਕਰ। ਜਿਹੜਾ ਬੰਦਾ ਮੈਨੂੰ ਗਾਲਾਂ ਪਿਆ ਕੱਢਦਾ ਮਾਵਾਂ ਭੈਣਾਂ ਦੀਆਂ, ਤੂੰ ਭੈਣਾਂ ਸਫਾਈ ਦੇ, ਮੈਂ ਕੀ ਸਫਾਈ ਦੇਵਾਂ ਗਾਲਾਂ ਦੀ? ਦੱਸ ਮੈਨੂੰ। ਮੈਂ ਤੇ ਸਵਾਲ ਕਰਨ ਤੋਂ ਪਹਿਲੇ ਹੀ ਕਿਹਾ ਮੈਂ ਤੁਹਾਨੂੰ ਇਸ ਤਰ੍ਹਾਂ ਦਾ ਬੰਦਾ ਨਹੀਂ ਸਮਝਦਾ। ਸਵਾਲ ਕਰਨ ਤੋਂ ਪਹਿਲੇ ਆਪਣੇ ਤਾਰਕ ਚੌਹਾਨ ਸਾਹਿਬ ਨੇ ਤੇਰੇ ਤੇ ਇੱਕ ਇਤਰਾਜ਼ ਕੀਤਾ, ਸਵਾਲ ਉਠਾਇਆ, ਤੂੰ ਦੇ ਲਿਆ ਉਹਦਾ ਜਵਾਬ? ਸਫਾਈ ਦੇ ਲਈ? ਤਾਰਕ ਚੌਹਾਨ ਪਹਿਲੇ ਆਪਣਾ ਤੇ ਸਫਾਈ ਦੇਣਾ, ਆਪਣਾ ਇਹੀ ਗੱਲ ਹੀ
ਤਾਰਕ ਚੌਹਾਨ ਦੀ ਗੱਲ ਵਿੱਚ ਕੀ ਕ੍ਰੈਡੀਬਿਲਿਟੀ ਹੈ? ਐਸੇ ਤਰ੍ਹਾਂ ਤੇ ਆਪਣੀ ਐਸੇ ਤਰ੍ਹਾਂ ਜਮਾਤ ਤੋਂ ਉਹਨਾਂ ਨੇ ਕੱਢਿਆ ਹੈ। ਗੱਲ ਸੁਣਨਾ, ਐਸੇ ਤਰ੍ਹਾਂ ਹੀ ਮੈਂ ਤੈਨੂੰ ਆਖਣਾ ਕਿ ਤੂੰ ਮੇਰੀ ਸਫਾਈ ਲੈਣ ਦੀ ਬਜਾਏ ਪਹਿਲਾਂ ਆਪਣੀ ਸਫਾਈ ਦੇ ਤਾਰਕ ਚੌਹਾਨ ਸਾਹਿਬ ਨੂੰ। ਇਹ ਤਾਰਕ ਚੌਹਾਨ ਪਹਿਲੇ ਆਪਣੀ ਸਫਾਈ ਦਵੇ ਨਾ, ਜਿਹੜੀ ਮੈਨੂੰ ਗੱਲ ਕਰ ਰਿਹਾ ਪਹਿਲੇ ਆਪੇ ਤੇ ਸਾਬਤ ਕਰੇ ਉਹ ਤੂੰ ਹਲਾਲੀ ਜਿਹੜੀ ਹੈ। ਮੈਨੂੰ ਕਰ ਰਿਹਾ ਤੂੰ ਆਪਣੀ ਦੇ, ਗੱਲ ਮੁੱਕੀ। ਤੇ ਮੇਰੇ ਉੱਤੇ ਕੋਈ ਇਲਜ਼ਾਮ ਆਇਆ? ਤੁਹਾਡੇ ਖਿਲਾਫ ਹਜ਼ਾਰਾਂ ਬੰਦੇ ਕਹਿ ਰਹੇ ਨੇ, ਮੇਰੇ ਖਿਲਾਫ ਇੱਕ ਬੰਦਾ ਦੱਸੋ ਜਿਹਨੇ ਮੇਰੇ ਖਿਲਾਫ ਕੋਈ ਗੱਲ ਕਿਹੜੇ ਸਾਰਾ ਕੀਤੀ ਬੰਦੇ ਕਹਿ ਰਹੇ ਨੇ? ਮਰਜ਼ਾਈ ਕਹਿ ਰਹੇ ਨੇ। ਦੇਖੋ ਕਿਤਨੀਆਂ ਬਰੋਡਾਂ ਲੱਗੀਆਂ ਨੇ ਉਹਦੇ, ਕਿਸੇ ਬਰੋਡ ਤੇ 30-40 ਬੰਦੇ ਨੇ, ਕਿਸੇ ਦੇ 80-90, ਕਿਸੇ ਦੇ 200-250। ਮਰਜ਼ਾਈ ਮੁਖਾਲਫ ਨੇ ਤੇ ਉਹਨਾਂ ਨੇ ਤੇ ਕਹਿਣਾ ਹੀ ਕਹਿਣਾ ਨਾ, ਮਰਜ਼ਾਈਆਂ ਨੇ ਤੇ ਕਹਿਣਾ ਹੀ ਕਹਿਣਾ। ਬਾਕੀ ਵੀ ਤਾਂ ਦੇਖੋ ਨਾ ਕਿਤਨੇ ਕਰੋੜਾਂ ਬੰਦੇ ਨੇ, 25 ਕਰੋੜ ਪਾਕਿਸਤਾਨ 'ਚ, ਬਾਕੀ ਕਿਸੇ ਬੰਦੇ ਦੀ ਉਹਨਾਂ ਨੇ ਫੋਟੋ ਨਹੀਂ ਲਾਈ, ਤੁਹਾਡੀ ਸਿਰਫ ਕਿਉਂ ਲਾਈ ਇਹਨੇ? 25 ਕਰੋੜ ਬੰਦੇ ਕਿੰਨੇ ਕੁਰਾਨ ਲਾਇਆ ਹੈ? ਮੈਂ ਕੋਈ ਗਵਾਹੀ ਦੇਣ ਤੇ ਤਿਆਰ ਹਾਂ, ਕੁਰਾਨ ਪੜ੍ਹਨ, ਕੁਰਾਨ ਤੇ ਹੱਥ ਰੱਖਣ ਤੇ ਤਿਆਰ ਹਾਂ ਕਿ ਮੈਂ ਅਹਿਮਦੀ ਨਹੀਂ ਹਾਂ, ਮੈਂ ਕਲਮਾ ਪੜ੍ਹਨ ਤੇ ਤਿਆਰ ਹਾਂ। ਤੇ